170 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। कुछ चीजों की राखी करना बनती है, लोड़ भी हैगी। चंगा एजेंट, वधिया सर्विस, the best rates, up to 80% discounts on car insurance, Galiki, auto, home, life, trucking fleets and non-fleets, disability, group benefits. कितना दी भी coverage लो, Armor चेते रखो। Armor Insurance is partners with leading Canadian insurance companies. 24/7 online quotes, 2-3 मिनटा में चलाओ। Armor Insurance Brokers, 905452 5127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਤੇ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਹਰ ਐਤਵਾਰ ਦੀ ਤਰ੍ਹਾਂ ਅੱਜ ਤੁਹਾਡੇ ਨਾਲ ਫਿਰ ਰੂਬਰੂ ਹੋਏ ਹਾਂ। ਫਾਰਮਰਜ਼ ਪ੍ਰੋਟੈਸਟ ਦਾ ਫਿਊਚਰ ਕੀ ਹੋਏਗਾ? ਇੱਕ ਇਤਿਹਾਸਕ ਪ੍ਰੋਟੈਸਟ ਡੈਮੋਕ੍ਰੈਟਿਕ ਤਰੀਕੇ ਦੇ ਨਾਲ 1947 ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਇੱਕ ਐਸਾ ਪ੍ਰੋਟੈਸਟ ਜੋ ਇਤਿਹਾਸ ਰਚਣ ਜਾ ਰਿਹਾ ਹੈ, ਜਿਹਦੇ ਵਿੱਚ ਸਾਰੇ ਹੀ ਭਾਰਤ ਦੇ ਕਿਸਾਨ, ਵਰਲਡ ਦੇ ਜਿੰਨੇ NRIs, ਅਲੱਗ-ਅਲੱਗ ਦੇਸ਼ਾਂ ਤੋਂ, UK, ਕੈਨੇਡਾ, US, ਯੂਰਪੀਅਨ ਯੂਨੀਅਨ, ਆਸਟ੍ਰੇਲੀਆ, ਕੋਈ ਐਸਾ ਦੇਸ਼ ਨਹੀਂ ਹੈ ਜਿੱਥੋਂ ਦੇ ਕਿਸਾਨ ਜਾਂ NRI ਜਿਹੜੇ ਆ ਇਸ ਪ੍ਰੋਟੈਸਟ ਦੇ ਨਾਲ ਨਹੀਂ ਜੁੜੇ ਹੋਏ। ਸਿਰਫ ਕਿਸਾਨ ਹੀ ਨਹੀਂ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਹੋਰ ਵੀ ਜਿੰਨੇ ਵੀ ਐਸੋਸੀਏਸ਼ਨਸ ਪੂਰੇ ਇੰਡੀਆ ਦੇ ਵਿੱਚ ਵਕੀਲਾਂ ਦੀਆਂ ਐਸੋਸੀਏਸ਼ਨਸ ਨੇ, ਉਹ ਵੀ ਨਾਲ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਕ੍ਰੇਨ ਆਪਰੇਟਰਸ, ਟਰਾਂਸਪੋਰਟ ਆਪਰੇਟਰਸ, ਬਹੁਤ ਸਾਰੀ ਲੇਬਰ ਯੂਨੀਅਨਸ, ਇੱਥੋਂ ਤੱਕ ਕਿ ਕੈਨੇਡਾ ਦੀ ਪ੍ਰਾਈਵੇਟ, ਸਭ ਤੋਂ ਵੱਡੀ ਪ੍ਰਾਈਵੇਟ ਜਿਹੜੀ ਯੂਨੀਅਨ ਹੈ, 3 ਲੱਖ ਉਹਨਾਂ ਦਾ ਜਿਹੜਾ 300,000 ਪਲੱਸ ਵਰਕਰਸ, ਉਹਨਾਂ ਨੇ ਵੀ ਆਪਣੀ ਸਪੋਰਟ ਜਿਹੜੀ ਆ ਇਸ ਫਾਰਮਰਸ ਪ੍ਰੋਟੈਸਟ ਦੇ ਨਾਲ ਜੋੜੀ ਹੈ। ਕੀ ਵਜ੍ਹਾ ਹੈ? ਕੀ ਵਜ੍ਹਾ ਹੈ ਕਿ ਇੰਨੇ ਲੋਕ, ਇੰਨੇ ਵੱਖਰੇ ਵੱਖਰੇ ਤਬਕੇ ਦੇ ਲੋਕ ਜਿਹੜੇ ਆ ਇਸ ਪ੍ਰੋਟੈਸਟ ਦੇ ਨਾਲ ਜੁੜਦੇ ਜਾ ਰਹੇ ਨੇ, ਮਗਰ ਲਗਾਤਾਰ ਜਿਹੜੀਆਂ ਗਵਰਨਮੈਂਟ ਦੇ ਨਾਲ ਮੀਟਿੰਗ ਨੇ ਉਹ ਫੇਲ ਹੁੰਦੀਆਂ ਜਾ ਰਹੀਆਂ ਨੇ। ਕਿਵੇਂ ਇਹ ਸਾਰਾ ਕੁਝ ਹੋ ਰਿਹਾ? 11 ਕਿਸਾਨ ਇਸ ਪ੍ਰੋਟੈਸਟ ਦੇ ਵਿੱਚ ਸ਼ਹੀਦੀਆਂ ਦੇ ਚੁੱਕੇ ਨੇ ਔਰ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੇ ਉੱਥੇ ਜਿਹੜੀ ਆ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਜੋਖਮ ਤੇ ਲਾ ਰੱਖੀਆਂ ਨੇ। ਛੋਟੇ ਬੱਚੇ, ਬਜ਼ੁਰਗ ਮਾਤਾਵਾਂ, ਬਜ਼ੁਰਗ ਕਿਸਾਨ ਜਿਨ੍ਹਾਂ ਦਾ ਇਸ ਵੇਲੇ ਸਮਾਂ ਆ ਕਿ ਉਹ ਆਪਣੇ ਘਰ 'ਚ ਗਰਮ ਥਾਂ ਤੇ ਰਜਾਈ ਦੇ ਵਿੱਚ ਬਹਿਣ, ਉਹ ਬਾਹਰ ਟਰਾਲੀਆਂ ਦੇ ਵਿੱਚ ਇੱਕ ਇਤਿਹਾਸ ਰਚਣ ਵਾਸਤੇ ਬੈਠੇ ਹੋਏ ਨੇ। ਉਹ ਕਿਹੜੇ ਚੈਲੰਜਸ ਫੇਸ ਕਰ ਰਹੇ ਨੇ? ਸਰਕਾਰ ਕਿਉਂ ਨਹੀਂ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਰਹੀ ਆ? ਕੀ ਵਜ੍ਹਾ ਹੈ? ਔਰ ਕੀ ਲੱਗਦਾ ਹੈ ਕਿ ਅੱਜ ਦੇ ਦਿਨ 'ਚ ਕਿਸਾਨਾਂ ਦਾ ਇਹ ਪ੍ਰੋਟੈਸਟ ਜਿਹੜਾ ਆ, ਇਹਦਾ ਕੀ ਫਿਊਚਰ ਹੋਏਗਾ? ਕੀ ਇਹ ਇਸੇ ਤਰ੍ਹਾਂ ਇੱਕ ਪ੍ਰੋਟੈਸਟ ਬਣ ਕੇ, ਇੱਕ ਹਿਸਟਰੀ ਰਚ ਕੇ, ਬਿਨਾਂ ਕੋਈ ਅਚੀਵ ਕੀਤੇ ਫੇਲ ਹੋ ਜਾਏਗਾ? ਕੀ ਇਸ ਵੇਲੇ ਮੀਡੀਆ ਕੀ ਰੋਲ ਅਦਾ ਕਰ ਰਿਹਾ? ਮੀਡੀਆ ਇਹਦੇ ਵਿੱਚ ਕੀ ਕੋਸ਼ਿਸ਼ ਕਰ ਰਿਹਾ? ਸਰਕਾਰਾਂ ਇਸ ਵਿੱਚ ਕੀ ਕੋਸ਼ਿਸ਼ ਕਰ ਰਹੀਆਂ ਨੇ? ਪੋਲੀਟੀਕਲ ਪਾਰਟੀਜ਼ ਇਹਦੇ ਵਿੱਚ ਕੀ ਕੋਸ਼ਿਸ਼ ਕਰ ਰਹੀਆਂ ਨੇ? ਇਹਦੀ ਅਸੀਂ ਗੱਲਬਾਤ ਕਰਾਂਗੇ ਅੱਜ। ਔਰ ਇਹ ਗੱਲ ਕਰਾਂਗੇ ਕਿ ਵਜ੍ਹਾ ਕੀ ਹੈ, ਕਿਉਂਕਿ ਬਹੁਤ ਵਾਰ ਅਸੀਂ ਸ਼ਾਇਦ ਇਹਨਾਂ ਹਕੀਕਤਾਂ ਤੋਂ ਜਾਣਕਾਰ ਨਹੀਂ ਕਿ ਜੋ ਸਰਕਾਰ ਕਹਿ ਰਹੀ ਹੈ ਉਹਦੇ ਉੱਤੇ ਸਵਾਲ ਕਿਉਂ ਉਠਾਏ ਜਾ ਰਹੇ ਨੇ। ਅੱਜ ਗੱਲ ਇਹ ਕਰਾਂਗੇ ਕਿ ਕੀ ਵਜ੍ਹਾ ਹੈ ਕਿ CAA NRC ਜੇ ਆਉਂਦਾ ਹੈ ਤਦ ਵੀ ਗਵਰਨਮੈਂਟ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਮੁਸਲਿਮ ਲੋਕਾਂ ਦੀ ਕੀ ਭਲਾਈ ਹੈ। ਕਸ਼ਮੀਰੀ 370 ਆਰਟੀਕਲ ਜਿਹੜਾ ਆ ਉਹ ਖਤਮ ਕੀਤਾ ਜਾਂਦਾ ਆ, ਉਦੋਂ ਵੀ ਗਵਰਨਮੈਂਟ ਇਹ ਕਹਿੰਦੀ ਹੈ ਕਿ ਕਸ਼ਮੀਰੀਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਇਹਦੇ ਵਿੱਚ ਕੀ ਫਾਇਦਾ ਹੈ। ਜੇ ਕੋਈ ਐਸਾ ਬਿੱਲ ਲੈ ਕੇ ਆਇਆ ਜਾਂਦਾ ਹੈ, ਕਿਸਾਨਾਂ ਲਈ ਬਿੱਲ ਲੈ ਕੇ ਆਏ ਗਏ ਆ, ਰਿਫਾਰਮ ਬਿੱਲ ਨੇ, ਮਗਰ ਹਰ ਕਿਸਾਨ ਇਸ ਬਿੱਲ ਨੂੰ ਰਿਜੈਕਟ ਕਰ ਰਿਹਾ। ਵਜ੍ਹਾ ਕੀ ਹੈ? ਕੀ ਵਜ੍ਹਾ ਹੈ ਕਿ ਅੱਜ ਤੱਕ ਈਵਨ CAA ਬੇਸ਼ੱਕ ਬਿੱਲ ਬਣ ਚੁੱਕਿਆ ਲਾਅ, ਮਗਰ ਉਹ ਲਾਗੂ ਨਹੀਂ ਹੋ ਸਕਿਆ।
ਕਿਉਂ ਸਰਕਾਰ ਦੇ ਇਹਨਾਂ ਸਾਰੀਆਂ ਹੀ ਜੋ ਸੋ ਕਾਲਡ ਰਿਫਾਰਮਸ ਨੇ, ਡੀਮੋਨੇਟਾਈਜੇਸ਼ਨ ਹੁੰਦੀ ਹੈ, ਹਰ ਆਦਮੀ ਉਸ ਚੀਜ਼ ਨੂੰ ਰਿਜੈਕਟ ਕਰਦਾ, ਤਦ ਵੀ ਸਰਕਾਰ ਦਾ ਇੱਕ ਹੀ ਬਿਆਨ ਹੈ ਕਿ ਲੋਕਾਂ ਨੂੰ ਇਹਦਾ ਐਡਵਾਂਟੇਜ ਨਹੀਂ ਪਤਾ। ਲੋਕ ਜਿਹੜੇ ਆ ਇਹਦੇ ਵਿੱਚ ਆਪਣਾ ਫਾਇਦਾ ਨਹੀਂ ਦੇਖ ਰਹੇ। ਡੀਮੋਨੇਟਾਈਜੇਸ਼ਨ ਬਹੁਤ ਵਧੀਆ ਚੀਜ਼ ਹੈ। GST ਲਾਗੂ ਕੀਤੀ ਜਾਂਦੀ ਹੈ ਤੇ ਹਰ ਬਿਜ਼ਨਸਮੈਨ ਉਹਨੂੰ ਪ੍ਰੋਟੈਸਟ ਕਰਦਾ, ਉਹ ਔਖਾ ਹੁੰਦਾ ਉਸ ਚੀਜ਼ ਉੱਤੇ ਕਿ ਉਹ GST ਕਿਉਂ ਲੱਗੀ ਹੈ, ਮਗਰ ਤਦ ਵੀ ਬਿਆਨ ਸੇਮ ਆਉਂਦਾ ਹੈ ਕਿ ਬਿਜ਼ਨਸਮੈਨ ਜਿਹੜੇ ਆ ਉਹਨਾਂ ਨੂੰ ਐਡਵਾਂਟੇਜ ਨਹੀਂ ਦੇਖ ਰਿਹਾ ਕਿ ਇਹਦਾ GST ਦਾ ਐਡਵਾਂਟੇਜ ਕੀ ਹੈ। ਹੁਣ ਸਵਾਲ ਇੱਥੇ ਆ, ਇਹ ਗੱਲ ਹੈ ਕਿ ਕੀ ਸਾਰੇ ਹੀ ਤਬਕੇ ਬੇਵਕੂਫ ਨੇ? ਸਾਰੇ ਹੀ ਤਬਕੇ ਇੱਕ ਬਿੱਲ ਨਹੀਂ ਪੜ੍ਹ ਸਕਦੇ? ਸਾਰੇ ਹੀ ਤਬਕੇ ਆਪਣਾ ਭਲਾ ਨਹੀਂ ਪਛਾਣ ਸਕਦੇ? ਇਹਦੇ ਉੱਤੇ ਗੱਲ ਹੋਏਗੀ ਕਿ ਕੀ ਵਜ੍ਹਾ ਹੈ ਕਿ ਜੋ ਵੀ ਅਜੇ ਤੱਕ ਬਿੱਲ ਪਾਸ ਹੋਏ ਨੇ ਉਹਦੇ ਉੱਤੇ ਜਿਨ੍ਹਾਂ ਲਈ ਪਾਸ ਹੋਏ ਨੇ ਉਹਨਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ, ਔਰ ਸਰਕਾਰ ਦਾ ਸਟੈਂਡਰਡ ਜਵਾਬ ਹੈ ਕਿ ਜਿਹਦੇ ਵਾਸਤੇ ਇਹ ਬਿੱਲ ਪਾਸ ਕੀਤਾ ਉਹਨਾਂ ਨੂੰ ਉਹਦਾ ਭਲਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਲਈ ਰਿਫਾਰਮ ਬਿੱਲ ਆਏ ਨੇ, ਮਗਰ ਕਿਸਾਨਾਂ ਨੂੰ ਉਹਦੇ ਵਿੱਚ ਉਹਨਾਂ ਦਾ ਭਲਾ ਨਹੀਂ ਨਜ਼ਰ ਆ ਰਿਹਾ, ਮਗਰ ਉਹਨਾਂ ਲੋਕਾਂ ਨੂੰ ਭਲਾ ਨਜ਼ਰ ਆ ਰਿਹਾ ਹੈ ਜੋ ਦੁਕਾਨਦਾਰ ਨੇ, ਜੋ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਨੇ ਕਦੀ ਸ਼ਾਇਦ ਹੀ ਪੈਲੀ ਦੇ ਵਿੱਚ ਪੈਰ ਰੱਖ ਕੇ ਵੇਖਿਆ ਹੋਏ, ਸ਼ਾਇਦ ਹੀ ਉਹਨਾਂ ਨੇ ਕਦੀ ਕੋਈ ਖੇਤੀਬਾੜੀ ਵਾਲਾ ਆਪ ਹੱਥੀਂ ਕੰਮ ਕੀਤਾ ਹੋਏ ਜਾਂ ਆਪਣੇ ਕਿਸੇ ਖੇਤੀਬਾੜੀ ਦੇ ਸੰਦ ਨੂੰ ਵੀ ਹੱਥ ਲਾਇਆ ਹੋਏ। ਉਹ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨ ਜਿਹੜੇ ਆ ਉਹਨਾਂ ਨੂੰ ਬਿੱਲ ਪੜ੍ਹਨੇ ਨਹੀਂ ਆਉਂਦੇ, ਕਿਸਾਨਾਂ ਨੂੰ ਰਿਫਾਰਮਸ ਨਜ਼ਰ ਨਹੀਂ ਆਉਂਦੇ। ਅਸੀਂ ਦੋਸਤੋ ਅੱਜ ਰੇਡੀਓ ਜ਼ਿੰਦਾਬਾਦ ਤੇ ਇਹੋ ਹੀ ਗੱਲ ਕਰਾਂਗੇ, ਔਰ ਇੱਥੇ ਹੀ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਸਾਨੂੰ ਇਸ ਪ੍ਰੋਟੈਸਟ ਨੂੰ, ਜੋ ਇਤਿਹਾਸਕ ਪ੍ਰੋਟੈਸਟ ਹੈ, ਜਿਹੜਾ ਇੰਨਾ ਵਧੀਆ ਕਿਸਾਨ ਯੂਨੀਅਨਸ 500 ਕਿਸਾਨ ਯੂਨੀਅਨ ਜਿਹੜੀਆਂ ਨੇ ਡਿਫਰੈਂਟ ਸਾਰੇ ਇੰਡੀਆ ਦੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਸਾਨੂੰ ਉਹਨਾਂ ਤਾਕਤਾਂ ਤੋਂ ਵੀ ਧਿਆਨ ਰੱਖਣਾ ਚਾਹੀਦਾ ਹੈ ਜੋ ਇਹਨੂੰ ਖਾਲਿਸਤਾਨ ਦਾ ਜਾਂ ਸਿੱਖਾਂ ਦਾ ਜਾਂ ਪੰਜਾਬ ਦਾ ਜਾਂ ਕਿਸੇ ਇੱਕ ਤਬਕੇ ਦਾ, ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਆ ਉਹ ਇਹ ਪ੍ਰੋਟੈਸਟ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸਾਨੂੰ ਫਾਲਸ ਪ੍ਰੋਪੇਗੈਂਡਾ ਜਿਹੜਾ ਆ ਉਹਦੇ ਉੱਤੇ ਵੀ ਜਿਹੜਾ ਆ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਸਾਨੂੰ ਗੁੰਮਰਾਹ ਕਰ ਸਕਦੀਆਂ ਨੇ। ਸਾਡਾ ਇਹ ਪ੍ਰੋਟੈਸਟ ਜਿਹੜਾ ਆ, ਜਿਵੇਂ ਸ਼ਰਾਫਤ ਦੇ ਨਾਲ, ਇਮਾਨਦਾਰੀ ਨਾਲ ਔਰ ਚੰਗੇ ਤਰੀਕੇ ਦੇ ਨਾਲ ਸਾਡੇ ਕਿਸਾਨ ਉੱਥੇ ਲੀਡਰ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਨੇ, ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਐਜ਼ NRI, ਐਜ਼ ਮੀਡੀਆ, ਕਿ ਅਸੀਂ ਐਂਟੀ BJP ਜਾਂ ਐਂਟੀ ਕੋਈ ਸਰਕਾਰ ਜਾਂ ਐਂਟੀ ਕੁਛ, ਅਸੀਂ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਵੀ ਨੀਤੀ ਉੱਤੇ, ਕਿਸਾਨ ਬਿੱਲ ਉੱਤੇ, ਉਹਦੇ ਵਿੱਚ ਕੀ ਖਾਮੀਆਂ ਨੇ, ਨਾ ਕਿ ਅਸੀਂ ਐਂਟੀ ਕਾਂਗਰਸ ਜਾਂ ਐਂਟੀ BJP। ਉਹ ਸਾਡਾ ਮਤਲਬ ਨਹੀਂ ਹੈ, ਕਿਉਂਕਿ ਉਹਦੇ ਨਾਲ ਅਸੀਂ ਉਹ ਕਿਸਾਨ ਵੀਰ ਜਿਹੜੇ ਸਾਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਲਈ ਅਸੀਂ ਨੁਕਸਾਨਦਾਇਕ ਹੋ ਸਕਦੇ ਹਾਂ, ਕਿਉਂਕਿ ਆਲਰੇਡੀ ਮੀਡੀਆ ਐਸਾ ਰੋਲ ਅਦਾ ਕਰ ਰਿਹਾ ਹੈ ਜਿਹਦੇ ਨਾਲ ਪ੍ਰੋਟੈਸਟ ਜਿਹੜਾ ਆ ਉਹਨੂੰ ਨਵੀਂ ਰੰਗਤ ਦੇ ਦਿੱਤੀ ਜਾਏ। ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਐਸੀ ਰੰਗਤ ਤੋਂ ਬਚਾ ਕਰੀਏ, ਅਸੀਂ ਮੁੱਦਿਆਂ ਦੀ ਗੱਲ ਕਰੀਏ, ਅਸੀਂ ਪ੍ਰੋਟੈਸਟ ਦੀ ਗੱਲ ਕਰੀਏ, ਅਸੀਂ ਉੱਥੇ ਦੇ ਇਸ਼ੂ, ਫਾਰਮਰਸ ਬਿੱਲ ਦੇ ਵਿੱਚ ਇਸ਼ੂਜ਼ ਕੀ ਨੇ ਉਹਦੀ ਗੱਲ ਕਰੀ ਜਾਏ, ਇਸ ਵੇਲੇ ਸਰਕਾਰ ਦਾ ਕੀ ਸਟੈਂਡ ਹੈ ਔਰ ਸਾਡੇ ਕਿਸਾਨ ਲੀਡਰਸ ਜਿਹੜੇ ਆ ਉਹਨਾਂ ਦਾ ਕੀ ਸਟੈਂਡ ਹੈ, ਉਹਦੀ ਅਸੀਂ ਗੱਲ ਕਰਾਂਗੇ। ਰੇਡੀਓ ਜ਼ਿੰਦਾਬਾਦ ਸਹੀ ਗੱਲ ਜਿਹੜੀ ਆ ਉਹ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਉਂਦਾ ਆ, ਨਿਡਰ ਹੋ ਕੇ, ਨਾ ਕਿ ਕਿਸੇ ਪਾਰਟੀ ਦੇ ਨਾਲ ਜੁੜ ਕੇ, ਨਾ ਕਿਸੇ ਪਾਰਟੀ ਦੇ ਵਿਰੋਧ ਵਿੱਚ, ਮਗਰ ਅੱਜ ਜਿਹੜੀ ਗੱਲ ਹੈ ਉਹ ਇੱਕ ਨੀਤੀਆਂ ਉੱਤੇ ਹੋਏਗੀ ਔਰ ਉਹਦੀ ਜਾਣਕਾਰੀ ਦਿੱਤੀ ਜਾਏਗੀ ਕਿ ਅੱਜ ਦੇ ਦਿਨ ਦੇ ਵਿੱਚ 11 ਕਿਸਾਨ ਸ਼ਹੀਦੀਆਂ ਪਾ ਚੁੱਕੇ ਨੇ ਤੇ ਸਾਡਾ ਕਿਸਾਨਾਂ ਦੇ ਪ੍ਰੋਟੈਸਟ ਦਾ ਫਿਊਚਰ ਕੀ ਹੈ। ਮਗਰ ਉਸ ਤੋਂ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਕਿ ਐਸੇ ਮੈਸੇਜ ਦੇ ਨਾਲ ਜੋ ਕਿ ਰੇਡੀਓ ਜ਼ਿੰਦਾਬਾਦ ਦਾ ਬੈਕਬੋਨ ਹੈ, ਜਿਹਦੇ ਉੱਤੇ ਰੇਡੀਓ ਜ਼ਿੰਦਾਬਾਦ ਚੱਲ ਰਿਹਾ। ना डरो अरसों जब जाए लरूं, निश्चय कर अपनी जीत करूं। ना डरो अरसों जब जाए लरूं, निश्चय कर अपनी जीत करूं। निश्चय कर अपनी जीत करूं।
हर सिख हो अपने ही मन को लालच गुण तो चरो जब आव की औद निदान बने अत हिरण में तब जूझ मरो अत हिरण में तब जूझ मरो बोले सोनिया सत श्री अकाल। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਫਿਰ ਤੋਂ ਜੀ ਆਇਆਂ। ਇਸ ਟਾਈਮ ਇੱਕ ਐਸਾ ਸਮਾਂ ਹੈ ਕਿ ਜਦੋਂ ਸਾਨੂੰ ਸਾਰਿਆਂ ਨੂੰ ਸੱਚਾਈ ਦੀ ਲੜਾਈ ਦੇ ਵਿੱਚ ਸੱਚ ਦੇ ਨਾਲ ਖੜੇ ਹੋਣ ਦੀ ਲੋੜ ਹੈ, ਨਿਧੜਕ ਹੋ ਕੇ ਖੜੇ ਹੋਣ ਦੀ ਲੋੜ ਹੈ ਔਰ ਸੱਚ ਬੋਲਣ ਦੀ ਹਿੰਮਤ ਰੱਖਣ ਦੀ ਲੋੜ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਬਿਲਕੁਲ ਨਿਧੜ ਹੋ ਕੇ, ਕਿਸੇ ਪਾਰਟੀ ਦੇ ਅਗੇਂਸਟ ਨਹੀਂ, ਕਿਸੇ ਧਰਮ ਦੇ ਅਗੇਂਸਟ ਨਹੀਂ, ਕਿਉਂਕਿ ਇਸ ਵੇਲੇ ਜਿਹੜਾ ਫਾਰਮਰਸ ਪ੍ਰੋਟੈਸਟ ਹੈ, ਇਤਿਹਾਸਿਕ ਐਸਾ ਪ੍ਰੋਟੈਸਟ, ਇਹ ਸਿੱਖਾਂ ਦਾ ਵੀ ਹੈ, ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਬੋਧੀਆਂ ਦਾ ਆ, ਉਸ ਹਰ ਇਨਸਾਨ ਦਾ ਆ, ਉਸ ਹਰ ਰਿਲੀਜਨ ਦਾ ਹੈ ਜੋ ਕਿ ਖੇਤੀਬਾੜੀ ਕਰਦਾ ਹੈ, ਜੋ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ। ਸੋ ਇਸ ਕਰਕੇ ਇੱਕ ਹਰ ਕਿਸਾਨ ਦਾ ਇਹ ਪ੍ਰੋਟੈਸਟ ਹੈ। ਇਸ ਕਰਕੇ ਅਸੀਂ ਕਿਸੇ ਧਰਮ ਦੀ ਗੱਲ ਨਹੀਂ ਕਰਾਂਗੇ, ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੇ, ਮਗਰ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਬਿੱਲਾਂ ਦੀ ਔਰ ਉਹਦੇ ਵਿੱਚ ਜੋ ਇਸ ਵੇਲੇ ਉਹਦਾ ਫਿਊਚਰ ਬਣ ਜਾ ਰਿਹਾ ਉਹਦੀ ਗੱਲ ਕਰਾਂਗੇ। ਦੋਸਤੋ, ਫਿਊਚਰ ਇਸ ਵੇਲੇ ਇਸ ਪ੍ਰੋਟੈਸਟ ਦਾ ਬਹੁਤ ਹੀ ਬੜਾ ਹੀ ਬ੍ਰਾਈਟ ਹੈ, ਮਗਰ ਸਭ ਤੋਂ ਵੱਡਾ ਕੁਐਸਚਨ ਮਾਰਕ ਇਸ ਵੇਲੇ ਸਭ ਤੋਂ ਜੇ ਕੋਈ ਗਲਤ ਰੋਲ ਅਦਾ ਕਰ ਰਿਹਾ ਹੈ ਤੇ ਉਹ ਕਰ ਰਿਹਾ ਹੈ ਬਹੁਤ ਸਾਰਾ ਐਸਾ ਮੀਡੀਆ ਜੋ ਕਿ ਸ਼ਾਇਦ ਵਿਕਾਊ ਹੈ, ਜੋ ਕਿ ਸ਼ਾਇਦ ਇੱਕ ਸ਼ਾਰਟ ਟਰਮ ਆਪਣਾ ਮੀਡੀਆ ਦਾ ਜਿਹੜਾ ਬੇਸਿਕ ਕੰਮ ਹੈ ਉਹਨੂੰ ਵੀ ਉਹ ਭੁੱਲ ਚੁੱਕਿਆ ਹੈ। ਇੱਕ ਬਹੁਤ ਵੱਡੀ ਕਹਾਵਤ ਹੈ ਔਰ ਮੈਂ ਵਰਡਿੰਗ ਵਿੱਚ ਐਸੀ ਕੁਝ ਵਰਡਸ ਨੇ ਜਿਹੜੀਆਂ ਜਿਹਦੇ ਮੈਂ ਪਹਿਲਾਂ ਹੀ क्षमा ਮੰਗਦਾ। ਵਿਕਾਊ ਮੀਡੀਆ ਤੇ ਤਵਾਇਫ ਦੋਨੋਂ ਇੱਕ ਹੀ ਕੈਟਾਗਰੀ 'ਚ ਨੇ, ਮਗਰ ਅਫਸੋਸ ਇਹ ਹੁੰਦਾ ਹੈ ਕਿ ਜਿਹੜੀ ਤਵਾਇਫ ਹੈ ਉਹਦੀ ਇੱਜ਼ਤ ਜ਼ਿਆਦਾ ਹੁੰਦੀ ਹੈ। ਤਾਂ ਇਸ ਵੇਲੇ ਵਿਕਾਊ ਮੀਡੀਆ ਜਿਹੜਾ ਆ ਉਹਨੇ ਸਭ ਤੋਂ ਜ਼ਿਆਦਾ ਇਸ ਇਤਿਹਾਸਕ ਪ੍ਰੋਟੈਸਟ ਦੇ ਵਿੱਚ ਗਲਤ ਜਿਹੜਾ ਆ ਉਹ ਰੋਲ ਅਦਾ ਕੀਤਾ ਆ। ਇਸ ਵੇਲੇ 17ਵਾਂ ਦਿਨ ਲੰਘ ਚੁੱਕਿਆ ਹੈ। ਇਸ ਵੇਲੇ ਇੰਨੀ ਸਰਦੀ ਦੇ ਵਿੱਚ 11 ਸਾਡੇ ਕਿਸਾਨ ਵੀਰ ਜਿਹੜੇ ਆ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਔਰ ਪਤਾ ਨਹੀਂ ਸ਼ਾਇਦ ਹੋਰ ਕਿੰਨੀਆਂ ਕੁਰਬਾਨੀਆਂ ਉੱਥੇ ਜਿਹੜੇ ਲੋਕ ਨੇ ਉਹ ਦੇ ਸਕਣ ਨੂੰ ਦੇਣ ਨੂੰ ਤਿਆਰ ਨੇ। ਔਰ ਬਹੁਤ ਸਾਰੀਆਂ ਐਸੀ ਸੰਸਥਾਵਾਂ ਜਿਹਦੇ ਵਿੱਚ ਕਿਸਾਨ ਵਰਗ ਦੇ ਨਾਂ ਜੁੜਦੇ ਹੋਏ ਵੀ, ਨੌਨ ਫਾਰਮਰਸ ਵੀ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਹਰ ਇੱਕ ਧਰਮ ਦਾ ਜੋ ਇੱਕ ਸੱਚਾਈ ਦੇ ਨਾਲ ਖੜਾ ਹੋਣ ਨੂੰ ਤਿਆਰ ਹੈ, ਉਹ ਉਸ ਪ੍ਰੋਟੈਸਟ ਨੂੰ ਉੱਥੇ ਜਾ ਕੇ ਜਾਂ ਜਿੱਥੇ ਵੀ ਉਹ ਹੈ ਉੱਥੇ ਉਹਦੀ ਸਪੋਰਟ ਕਰ ਰਿਹਾ ਹੈ। 17 ਦਿਨ ਤੋਂ ਇਹ ਪ੍ਰੋਟੈਸਟ ਜਿਹੜਾ ਆ ਦਿੱਲੀ ਦੇ ਵਿੱਚ ਜਾਰੀ ਹੈ। ਹਿਸਟਰੀ ਇਹਦੀ ਇਹ ਹੈ ਕਿ ਜਦੋਂ ਦਾ ਜੂਨ ਦੇ ਵਿੱਚ ਇਹ ਬਿੱਲ ਆਏ ਨੇ, ਜੂਨ ਤੋਂ ਲੈ ਕੇ ਹੀ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬਾਹਰ ਸੀਗਾ ਇਸ ਉੱਤੇ, ਮਗਰ ਹੁਣ ਇਸ ਵੇਲੇ ਇੰਡੀਆ ਦਾ ਹਰ ਕਿਸਾਨ 500 ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਜੁੜ ਚੁੱਕੀਆਂ ਨੇ। ਉਹਦੇ ਇਲਾਵਾ ਸੁਪਰੀਮ ਕੋਰਟ ਦੇ ਲਾਇਰ ਜੁੜ ਚੁੱਕੇ ਨੇ, ਉਹਦੇ ਨਾਲ ਬਾਰ ਐਸੋਸੀਏਸ਼ਨ ਨੇ ਹੋਰ ਉਹ ਜੁੜ ਚੁੱਕੀਆਂ ਨੇ ਔਰ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਆਪ ਨੂੰ ਇਸ ਇਤਿਹਾਸਿਕ ਮੋੜ ਦੇ ਉੱਤੇ ਨਾਲ ਜੋੜ ਰਹੇ ਨੇ, ਚਾਹੇ ਉਹ DIG ਪ੍ਰਿਜ਼ਨਸ ਪੰਜਾਬ ਹੋਣ, ਚਾਹੇ ਉਹ ਸੋਇਲ ਸਾਇੰਟਿਸਟ ਆਪਣਾ FIA ਦਾ ਜਿਹੜਾ 골ਡ ਮੈਡਲ ਆ ਉਹਨੂੰ ਮਨਾ ਕਰਕੇ ਹੱਥ ਜੋੜ ਕੇ ਉਹਨੂੰ ਨਕਾਰਦੇ ਹੋਣ। ਬਹੁਤ ਸਾਰੇ ਐਸੇ ਲੋਕ ਜਿਹੜੇ ਆ ਉਹ ਇਸ ਵੇਲੇ ਇਸ ਇਤਿਹਾਸਕ ਮੋੜ ਦੇ ਨਾਲ ਜੁੜਦੇ ਜਾ ਰਹੇ ਨੇ। ਮਗਰ ਕੀ ਵਜ੍ਹਾ ਹੈ ਕਿ ਮੀਡੀਆ ਨੂੰ ਹਰ ਉਹ ਕੋਸ਼ਿਸ਼ ਕਰਨੀ ਪੈ ਰਹੀ ਹੈ ਕਿ ਜਿਹਦੇ ਨਾਲ ਇਹ ਪ੍ਰੋਟੈਸਟ ਜਿਹੜਾ ਆ ਉਹਨੂੰ ਬਦਨਾਮ ਕੀਤਾ ਜਾਏ, ਇਸ ਪ੍ਰੋਟੈਸਟ ਨੂੰ ਡੀਰੇਲ ਕਰ ਦਿੱਤਾ ਜਾਏ। ਹੈਰਾਨੀ ਹੁੰਦੀ ਹੈ ਕਿ ਯਾਰ ਐਸੇ ਵਿਕਾਊ ਮੀਡੀਆ ਉੱਤੇ ਜੋ ਇੱਕ ਮੀਡੀਆ ਦਾ ਜਿਹੜਾ ਕੰਮ ਆ ਉਹ ਹੀ ਨਹੀਂ ਕਰ ਰਿਹਾ। ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਸੱਚਾਈ ਦੇ ਨਾਲ ਸੱਚ ਨਾਲ ਜੋੜਨਾ,
ਮਗਰ ਗੱਲ ਇੱਥੇ ਹੁੰਦੀ ਹੈ ਕਿ ਕਦੀ ਤਾਂ ਇਹਨਾਂ ਨੂੰ ਖਾਲਿਸਤਾਨੀਆਂ ਨਾਲ ਜੋੜਿਆ ਜਾਂਦਾ, ਕਦੀ ਤਾਂ ਕਿਸੇ ਦਾ ਪੋਸਟਰ ਵਿਖਾ ਕੇ ਐਸਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਸ਼ੁਰੂ ਦੇ ਵਿੱਚ ਕਿ ਇਹ ਖਾਲਿਸਤਾਨੀ ਮੂਵਮੈਂਟ ਹੈ। ਜਦੋਂ ਉਹ ਵੀ ਚੀਜ਼ ਜਿਹੜੀ ਹੈ ਨਹੀਂ ਚੱਲੀ, ਕਿਉਂਕਿ ਹਰਿਆਣੇ ਦੇ ਵੀਰ, ਯੂਪੀ ਦੇ ਵੀਰ, ਰਾਜਸਥਾਨ ਦੇ ਕਿਸਾਨ, ਬਹੁਤ ਸਾਰੇ ਐਸੇ ਲੋਕ ਵੀ ਜੁੜ ਗਏ ਜਿਨ੍ਹਾਂ ਦਾ ਸ਼ਾਇਦ ਇਸ ਵਰਡ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਦੇ ਬਾਅਦ ਨਵਾਂ ਇੱਕ ਪੈਂਤੜਾ ਜਿਹੜਾ ਆ ਮੀਡੀਆ ਅਪਣਾਉਂਦਾ ਆ ਔਰ ਉਹ ਇਹ ਕੋਸ਼ਿਸ਼ ਕਰਦਾ ਹੈ ਇਹ ਦੱਸਣ ਦੀ ਕਿ ਇਹ ਕਾਂਗਰਸ ਜਿਹੜੀ ਹੈ, ਕਿਉਂਕਿ ਫੇਲ ਹੋ ਰਹੀ ਹੈ ਇੰਡੀਆ ਦੇ ਵਿੱਚ, ਕਾਂਗਰਸ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਜਿੰਦਾ ਰੱਖੇ, ਆਪਣੇ ਆਪ ਨੂੰ ਨਿਊਜ਼ 'ਚ ਰੱਖੇ ਔਰ ਉਹ ਕਾਂਗਰਸ ਦੀ ਇੱਕ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਮੀਡੀਆ ਦੁਆਰਾ। ਬਹੁਤ ਚੰਗੀ ਗੱਲ ਕੀਤੀ ਹੈ ਕਿ ਕਿਸਾਨ ਆਗੂਆਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਟੇਜ ਦੇ ਉੱਤੇ ਨਹੀਂ ਆਉਣ ਦਿੱਤਾ ਔਰ ਸ਼ਰੇਆਮ ਇਹ ਕਿਹਾ ਕਿ ਸਾਡਾ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਹੈ। ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਇੱਕ ਇਹ ਸ਼ਤਰੰਜ ਦੀ ਗੇਮ ਜਿਹੜੀ ਮੀਡੀਆ ਖੇਡ ਰਿਹਾ ਹੈ ਸਰਕਾਰ ਦੇ ਨਾਲ ਰਲ ਕੇ, ਔਰ ਉਧਰੋਂ ਕਿਸਾਨ ਆਗੂ ਜਿਹੜੇ ਨੇ ਆਪਣਾ ਪੂਰਾ ਸੰਜਮ, ਆਪਣਾ ਦਿਮਾਗ, ਆਪਣੀ ਪੂਰੀ ਲਿਆਕਤ ਦਾ ਇੱਕ ਐਸਾ ਐਗਜ਼ਾਮਪਲ ਸੈੱਟ ਕਰ ਰਹੇ ਨੇ ਕਿ ਉਹ ਇਹਨਾਂ ਦੀ ਜਿਹੜੀ ਆ ਸ਼ਤਰੰਜ ਦੀ ਚਾਲ ਉਹਦੇ ਵਿੱਚ ਉਹ ਕਾਬੂ ਨਹੀਂ ਆ ਰਹੇ। ਫਿਰ ਵੀ ਮੀਡੀਆ ਔਰ ਸਰਕਾਰ ਜਿਹੜੀ ਆ ਉਹ ਹਿਲਦੀ ਹੈ ਔਰ ਇੱਕ ਨਵਾਂ ਪੈਂਤੜਾ ਯੂਜ਼ ਕਰਦੀ ਹੈ। ਅਗਲਾ ਪੈਂਤੜਾ ਇਹ ਯੂਜ਼ ਕੀਤਾ ਜਾਂਦਾ ਹੈ ਕਿ ਥੋੜ੍ਹੇ ਜਿਹੇ ਜਿਹੜੇ ਮੁਸਲਿਮ ਭਰਾ ਉੱਥੇ ਆਏ ਉਹਨਾਂ ਉੱਤੇ ਫੋਕਸ ਕਰਕੇ ਉਹਨਾਂ ਨੇ ਇਹਨੂੰ ਪਾਕਿਸਤਾਨ ਐਂਟੀ ਹਿੰਦੂ, ਐਂਟੀ ਇੰਡੀਆ, ਐਂਟੀ ਨੈਸ਼ਨਲ ਇਹਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਉਹ ਵੀ ਫੇਲ ਹੋ ਗਈ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਬਹੁਤ ਸਾਰੇ ਲੋਕ ਜਿਹੜੇ ਮਿਲੀਅਨਸ ਦੇ ਵਿੱਚ ਉੱਥੇ ਇਕੱਠੇ ਨੇ, ਜਦੋਂ ਬਾਹਰ ਐਸੇ ਵੀਡੀਓਜ਼ ਆ ਰਹੇ ਨੇ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ, ਲੰਗਰ ਲੱਗੇ ਹੋਏ ਨੇ, ਜਿਹੜੀ ਉੱਥੇ ਪੈਰਾਮਿਲਟਰੀ ਫੋਰਸ, ਜਿਹੜੀ ਉੱਥੇ ਪੁਲਿਸ, ਹੋਰ ਐਸੇ ਦਸਤੇ ਜਿਹੜੇ ਤਾਇਨਾਤ ਨੇ ਜਿਹੜੇ ਕਿ ਡੰਡੇ ਲੈ ਕੇ, ਪ੍ਰੋਟੈਕਸ਼ਨ ਲੈ ਕੇ ਉੱਥੇ ਖੜੇ ਨੇ ਕਿ ਜੇ ਕੋਈ ਗੜਬੜ ਹੋਏ ਤੇ ਉਹ ਲਾਠੀ ਚਾਰਜ ਵੀ ਕਰ ਸਕਦੇ ਨੇ। ਮਗਰ ਪ੍ਰੋਟੈਸਟਰ ਜਿਹੜੇ ਨੇ ਕਿਸਾਨ, ਉਹਨਾਂ ਨੂੰ ਵੀ ਲੰਗਰ ਛਕਾ ਰਹੇ ਨੇ, ਉਹਨਾਂ ਨੂੰ ਵੀ ਬਿਠਾ ਕੇ ਪੰਗਤ 'ਚ ਉਹਨਾਂ ਦੀ ਸੇਵਾ ਕਰ ਰਹੇ ਨੇ। ਐਸੀ ਸ਼ਾਂਤੀ ਦੇ ਨਾਲ, ਐਸੀ ਇੱਕ ਉਦਾਹਰਣ ਸੈੱਟ ਕਰਕੇ ਇਹ ਮੀਡੀਆ ਦੇ ਲਗਾਤਾਰ ਕਿਸਾਨ ਜਿਹੜਾ ਸਾਡੀ ਜਥੇਬੰਦੀਆਂ ਨੇ ਉਹ ਐਸੀ ਚਪੇੜ ਮਾਰ ਰਹੀਆਂ ਨੇ ਜਿਹੜੀ ਕਿ ਬਹੁਤ ਹੀ ਡੈਮੋਕ੍ਰੈਟਿਕ ਹੈ, ਬਹੁਤ ਹੀ ਸੂਝ ਵਾਲੀ ਚੀਜ਼ ਹੈ ਔਰ ਕਹਿੰਦੇ ਆ ਕਿ ਸਿਆਣੇ ਦੀ ਚਪੇੜ ਜਿਹੜੀ ਆ ਉਹਦੇ 'ਚ ਆਵਾਜ਼ ਨਹੀਂ ਹੁੰਦੀ। ਐਸੀ ਉਦਾਹਰਣ ਜਿਹੜੀ ਮੀਡੀਆ ਕੋਸ਼ਿਸ਼ ਕਰ ਰਿਹਾ ਇਸ ਪ੍ਰੋਟੈਸਟ ਨੂੰ ਬਦਨਾਮ ਕਰਨ ਦੀ, ਉਸ ਪ੍ਰੋਟੈਸਟ ਨੂੰ ਸਾਡੇ ਲੋਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਵਾਬ ਦੇ ਰਹੇ ਨੇ, ਆਪਣੀ ਸਹਿਣਸ਼ੀਲਤਾ ਦੇ ਨਾਲ, ਆਪਣੀ ਉਸ ਪ੍ਰਥਾ ਦੇ ਨਾਲ, ਚਾਹੇ ਲੰਗਰ ਦੀ ਪ੍ਰਥਾ ਹੋਏ, ਚਾਹੇ ਉਹ ਸੇਵਾ ਭਾਵ ਦੀ ਪ੍ਰਥਾ ਹੋਏ, ਚਾਹੇ ਦਾਨ ਪੁੰਨ ਦੀ ਪ੍ਰਥਾ ਹੋਏ, ਉਹਦੇ ਬਾਰੇ ਵੀ ਮੀਡੀਆ ਜਿਹੜਾ ਆ ਉਹ ਚੁੱਪ ਨਹੀਂ ਬੈਠਦਾ। ਮੀਡੀਆ ਐਸੀ ਚੀਜ਼ਾਂ ਪ੍ਰੈਜ਼ੈਂਟ ਕਰ ਰਿਹਾ ਕਿ ਇਹ ਅਮੀਰਾਂ ਦੀ ਖੇਡ ਹੈ। ਇੱਥੇ ਜੀ ਪੀਜ਼ੇ ਖਾਦੇ ਜਾ ਰਹੇ ਨੇ, ਇੱਥੇ ਬਦਾਮ ਖਾਦੇ ਜਾ ਰਹੇ ਨੇ, ਇੱਥੇ ਵੇਖੋ ਜੀ ਫੁੱਟ ਮਸਾਜ ਜਿਹੜੀ ਉਹ ਕੀਤੀ ਜਾ ਰਹੀ ਹੈ, ਇੱਥੇ ਵੱਡੇ ਵੱਡੇ ਮੂਵੀ ਥੀਏਟਰ ਜਿਹੜੇ ਸਕਰੀਨਸ ਆ ਉਹ ਲੱਗੇ ਹੋਏ ਆ। ਕਈ ਵਾਰ ਸ਼ਾਇਦ ਸਾਨੂੰ ਸਾਰਿਆਂ ਨੂੰ ਵੀ ਐਸੇ ਵਿਕਾਊ ਮੀਡੀਆ ਉੱਤੇ ਹਾਸਾ ਵੀ ਆਉਂਦਾ ਕਿ ਜੇ ਬਦਾਮ ਖਾਣ ਦੇ ਨਾਲ, ਜੇ ਫੁੱਟ ਮਸਾਜ ਕਰਨਾ, ਉਹ ਕਿਸਾਨ ਜਿਹੜਾ ਖੇਤਾਂ 'ਚ ਹਲ ਚਲਾਉਂਦਾ ਰਿਹਾ, ਜਿਹੜਾ ਖੇਤਾਂ 'ਚ ਧੱਕੇ ਖਾ ਰਿਹਾ, ਜਿਹੜਾ ਠੰਡ ਲਵਾ ਰਿਹਾ, ਜੇ ਐਸੇ ਸਪੋਰਟਰ ਨੇ, ਐਸੇ ਲੋਕ ਨੇ ਜੋ ਉਹਨਾਂ ਦੀ ਪੀੜ ਸਮਝਦੇ ਨੇ, ਜੇ ਮੀਡੀਆ ਪੀੜ ਨਹੀਂ ਸਮਝ ਰਿਹਾ, ਸਰਕਾਰ ਉਹਨਾਂ ਦੀ ਦਰਦ ਨਹੀਂ ਸਮਝ ਰਹੀ, ਸਰਕਾਰ ਨਾਲ ਉਹਨਾਂ ਦੇ ਨਾਲ ਕੋਈ ਸਹਾਨੂਭੂਤੀ ਨਹੀਂ ਹੈ, ਤੇ ਜੇ ਕੋਈ ਲੋਕ ਦਾਨ ਪੁੰਨ ਕਰਕੇ ਉਹਨਾਂ ਲਈ ਜੈਕਟਸ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਲਈ ਵਲੰਟਰਲੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਪੀਜ਼ੇ ਖਵਾ ਰਹੇ ਨੇ, ਤੇ ਕੀ ਉਹਦੇ ਨਾਲ ਇਹ ਜਸਟੀਫਾਈ ਹੁੰਦਾ ਹੈ ਕਿ ਕਿਸਾਨ ਬਿੱਲ ਜਿਹੜੇ ਬਣੇ ਨੇ, ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਸਪੋਰਟ ਕਰ ਰਹੇ ਨੇ, ਉਹ ਬਿੱਲ ਸਹੀ ਨੇ? ਇਹ ਬੜੀ ਹੀ ਸ਼ਰਮ ਵਾਲੀ ਗੱਲ ਹੈ। ਦੋਸਤੋ, ਬਹੁਤ ਸਾਰੀਆਂ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ। ਅਸੀਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੇ ਕਿ ਪਲੀਜ਼ ਸੰਖੇਪ 'ਚ ਜਿਹੜੀ ਆਪਣਾ ਪੁਆਇੰਟ ਜ਼ਰੂਰ ਦਿਓ ਔਰ ਮੁੱਦੇ ਦੀ ਜਿਹੜੀ ਗੱਲ ਹੈ ਕਿਸੇ ਧਰਮ ਦਾ ਨਾਂ ਲਏ ਬਿਨਾਂ, ਕਿਸੇ ਪਾਰਟੀ ਦਾ ਨਾਂ ਲਏ ਬਿਨਾਂ, ਕਿਸਾਨਾਂ ਦੇ ਮੁੱਦੇ ਤੇ ਜਿਹੜੀ ਆ ਕਿਸਾਨਾਂ ਦੀ ਸਪੋਰਟ ਲਈ ਤੁਸੀਂ ਜੀ ਸਦਕੇ ਸਾਨੂੰ ਕਾਲ ਕਰੋ 4144। ਤੁਸੀਂ ਜੀ ਔਨ 에ਅਰ ਹੋ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਸੁਖਮ ਤੋਂ ਕਰ ਰਹੇ ਹਾਂ। ਹਾਂਜੀ ਹਾਂਜੀ, ਬੇਨਤੀ ਹੈ ਜੀ ਜੀ
ਇਹ ਮਹਾਰਾਜ ਦੇ ਰੰਗ ਆ। ਮਹਾਰਾਜ ਪਹਿਲੀ ਗੱਲ ਆ ਵੀ ਸਾਡੇ ਜਿਹੜੇ ਜ਼ਮੀਂਦਾਰ ਲੱਗੇ ਆ ਗੁਜ਼ਾਰਾ ਕਰਨ ਵਾਸਤੇ ਸ਼ੁਰੂ ਕੀਤੀ ਆ, ਮਜ਼ਦੂਰਾਂ ਦੇ ਜਵਾਨਾਂ ਨੂੰ ਜੀ ਸਾਰਿਆਂ ਨੂੰ ਸਿਰ ਝੁਕਦਾ ਆ। ਇਹਦਾ ਬੜਾ ਮਾਣ ਰੱਖਿਆ ਆਪਣੇ ਤੇ ਇਹ ਵੱਖ ਆਪਣਾ ਜੰਗ ਜਾਰੀ ਰੱਖੀ ਹੈ। ਮਹਾਰਾਜ ਕਿਰਪਾ ਕਰਨੇ ਨੂੰ ਛੇਤੀ ਕਾਮਯਾਬੀ ਮਿਲੇ ਜੀ। ਤੇ ਦੂਸਰੀ ਬੇਨਤੀ ਹੈ ਜੀ, ਮਹਾਰਾਜ ਦੀ ਮੌਜ ਆ, ਇਹ ਮਹਾਰਾਜ ਦੀ ਆਪਣੇ ਰੰਗ ਆ ਉਹ ਵਿਖਾਉਂਦੇ ਆ। ਔਰੰਗਜ਼ੇਬ ਆਇਆ ਸੀ, ਔਰੰਗਜ਼ੇਬ ਨੂੰ ਸਿੱਖਾਂ ਨੇ ਖਤਮ ਕੀਤਾ ਤੇ ਖਾਲਸਾ ਰਾਜ ਬਣਿਆ। ਹੁਣ ਇਹ ਮੌਕਾ ਆ ਗਿਆ ਇਹਨਾਂ ਦਾ ਤੇ ਉਹ ਸਿੱਖਾਂ ਨੂੰ ਆਪਣੀ ਹੋਂਦ ਚੇਤੇ ਕਰਾਉਂਦੇ ਜਦੋਂ ਇਹ ਮੌਕੇ ਆਉਂਦੇ ਆ। ਸਿੱਖ ਉੱਠਦੇ ਆ ਤੇ ਮਹਾਰਾਜ ਕਿਰਪਾ ਕਰਦੇ ਆ ਉਹਨਾਂ ਦੇ ਜੀ। ਤੇ ਮਹਾਰਾਜ ਨੇ ਹੁਣ ਫਿਰ ਕਿਰਪਾ ਕੀਤੀ ਆ, ਸਿੱਖਾਂ ਨੂੰ ਅਹਿਸਾਸ ਕਰਾਇਆ ਵੀ ਤੁਸੀਂ ਕੌਣ ਹੋ, ਉੱਠੋ ਜਾਗੋ। ਤੇ ਉਹ ਤੁਹਾਡੇ ਸਾਹਮਣੇ ਬਾਕੀ ਮਿਸਾਲ ਹੈ। ਮਹਾਰਾਜ ਕਿਰਪਾ ਕਰਨ ਨੂੰ ਕਾਮਯਾਬੀ ਦੇਣ ਵਕਤ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫॉर योर ਕਾਲ। ਕੋ ਜੀ ਇਹ ਜਿਹੜੀ ਆ ਬੇਸ਼ੱਕ ਪੰਜਾਬ ਜਿਹੜੇ ਆ ਔਰ ਸਿੱਖ ਕੌਮ ਜਿਹੜੀ ਆ ਬਹੁਤ ਸਾਰੇ ਰੈਵੋਲੂਸ਼ਨ ਵਿੱਚ ਜਿਹੜੀ ਆ ਆਗੂ ਰਹੀ ਆ ਔਰ ਇਸ ਜਿਹੜੀ ਰੈਵੋਲੂਸ਼ਨ ਵਿੱਚ ਵੀ ਇਹ ਆਗੂ ਨੇ, ਮਗਰ ਇਸ ਵੇਲੇ ਸਾਨੂੰ ਹਰ ਇੱਕ ਉਸ ਕਿਸਾਨ ਦਾ ਜਿਹੜਾ ਆ ਉਹਦੇ ਅੱਗੇ ਸਾਡਾ ਸਿਰ ਝੁਕਦਾ। ਉਸ ਕਿਸਾਨ ਦਾ ਜਿਹੜਾ ਸਾਨੂੰ ਸ਼ੁਕਰੀਆ ਕਰਨਾ ਚਾਹੀਦਾ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਹੜਾ ਪ੍ਰੋਟੈਸਟ ਦੇ ਨਾਲ ਜੁੜਿਆ, ਚਾਹੇ ਉਹ ਤਾਮਿਲਨਾਡੂ ਤੋਂ ਆਇਆ ਹੋਏ, ਚਾਹੇ ਉਹ ਯੂਪੀ ਤੋਂ ਆਇਆ ਹੈ, ਚਾਹੇ ਬਿਹਾਰ ਤੋਂ ਆਇਆ ਹੈ, ਕਿਉਂਕਿ ਇਹ ਇੱਕ ਕਿਸਾਨਾਂ ਦੀ ਜਿਹੜੀ ਆ ਇਹ ਪ੍ਰੋਟੈਸਟ ਆ, ਕਿਸਾਨਾਂ ਦੀ ਲੜਾਈ ਹੈ ਵਰਸਸ ਐਸੇ ਉਹ ਕਾਨੂੰਨ ਜੋ ਕਿ ਕਿਸਾਨੀ ਦੇ ਉੱਤੇ ਜਾਂ ਕਿਸਾਨ ਵਰਗ ਉੱਤੇ ਬਹੁਤ ਹੀ ਐਸੇ ਕਾਨੂੰਨ ਨੇ ਜਿਹਦੇ ਨਾਲ ਕਿਸਾਨੀ ਜਿਹੜੀ ਆ ਖੇਤੀਬਾੜੀ ਜਿਹੜੀ ਆ ਔਰ ਇੱਕ ਆਮ ਕਿਸਾਨ ਜਿਹੜਾ ਉਹ ਖਤਮ ਹੋ ਸਕਦਾ। ਮੀਡੀਆ ਦੀ ਅਸੀਂ ਗੱਲ ਕਰ ਰਹੇ ਸੀ ਕਿ ਜਿੱਥੇ ਮੀਡੀਆ ਨੂੰ ਸੱਚਾਈ ਦੱਸਣ ਦੀ ਲੋੜ ਹੈ ਉੱਥੇ ਮੀਡੀਆ ਬਦਾਮ ਕਾਜੂਆਂ ਉੱਤੇ ਫੋਕਸ ਕਰ ਰਿਹਾ। ਉੱਥੇ ਮੀਡੀਆ ਨੂੰ ਇਹ ਤਕਲੀਫ ਹੋ ਰਹੀ ਹੈ ਕਿ ਕੋਈ ਜੈਕਟਸ ਪ੍ਰੋਵਾਈਡ ਕਰ ਰਿਹਾ, ਉਹਨਾਂ ਲਈ ਕੋਈ ਐਂਟਰਟੇਨਮੈਂਟ ਦਾ ਸਾਧਨ ਪ੍ਰੋਵਾਈਡ ਕਰ ਰਿਹਾ, ਕੋਈ ਉੱਥੇ ਡਾਕਟਰਸ ਭੇਜ ਰਿਹਾ ਹੈ, ਕੋਈ ਉੱਥੇ ਵੋਲੰਟਰਲੀ ਐਸੀਆਂ ਐਂਬੂਲੈਂਸਿਸ ਭੇਜ ਰਿਹਾ ਜਿਹਦੇ ਵਿੱਚ ਵੈਂਟੀਲੇਟਰਸ ਦੀ ਫੈਸਿਲਿਟੀਜ਼ ਹੈ। ਦੋਸਤੋ ਇਹ ਇੱਕ ਮਿਸਾਲ ਹੈ ਕਿ ਐਸਾ ਇੱਕ ਪ੍ਰੋਟੈਸਟ ਜਿਹੜਾ ਆ ਜਿਹਦੇ ਸਾਰਾ ਇੰਟਰਨੈਸ਼ਨਲ ਮੀਡੀਆ UN ਤੱਕ ਜਿਹੜਾ ਹੈ ਜਿਹਦੀ ਧੁੰਮਾਂ ਪੈ ਚੁੱਕੀਆਂ ਨੇ, ਮਗਰ ਵਜ੍ਹਾ ਕੀ ਹੈ ਕਿ ਕਿਉਂ ਇੱਕ ਇੰਡੀਆ ਦਾ ਐਸਾ ਮੀਡੀਆ ਜਿਹੜਾ ਆ ਉਹ ਕਿਉਂ ਇਹਨੂੰ ਨੈਗੇਟਿਵਲੀ ਵਿਖਾਉਣਾ ਚਾਹੁੰਦਾ ਆ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਅਮੀਰੀ ਦੇ ਨਾਲ ਜੋੜਤਾ, ਖਾਲਿਸਤਾਨ ਦੇ ਨਾਲ ਜੋੜਤਾ, ਉਹਦੇ ਨਾਲ ਕਾਂਗਰਸ ਨਾਲ ਜੋੜਤਾ, ਮੁਸਲਮਾਨਾਂ ਦੇ ਨਾਲ ਜੋੜਤਾ। ਉਹਦੇ ਬਾਅਦ ਵੀ ਜੇ ਅਗਰ ਉਹ ਨਹੀਂ ਹਟਦੇ ਤੇ ਫੋਕਸ ਕਿੱਥੇ ਆਉਂਦਾ ਆ SUV ਦੇ ਉੱਤੇ। ਚੰਗੀ ਕੋਈ ਗੱਡੀ ਹੈ, ਕਿਸਾਨ ਉੱਥੇ ਲੈ ਕੇ ਅਗਰ ਆਇਆ ਉਹਦੇ ਉੱਤੇ ਫੋਕਸ ਹੈ ਕਿ ਦੇਖੋ ਇਹ ਅਮੀਰ ਜਿਹੜੀ ਆ ਤਬਕੇ ਦਾ ਇਹ ਪ੍ਰੋਟੈਸਟ ਆ, ਇਹ ਆਮ ਇਹਦੇ ਵਿੱਚ ਤਾਂ ਕਿਸਾਨ ਹੈ ਹੀ ਨਹੀਂ। ਇੱਥੋਂ ਤੱਕ ਮੀਡੀਆ ਜਿਹੜਾ ਆ ਪ੍ਰੈਜ਼ੈਂਟ ਕਰ ਰਿਹਾ ਹੈ, ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੇ ਵਿੱਚ ਤਾਂ ਇਹ ਸਾਰੇ ਜਿਹੜੇ ਆ ਇਹ ਫਾਰਮਰਜ਼ ਹੀ ਨਹੀਂ ਹੈਗੇ, ਇਹ ਕਿਰਾਏ ਦੇ ਲੋਕ ਨੇ, ਇਹ ਫਲਾਣਾ ਤਬਕਾ ਆ। ਕੋਈ ਬਹੁਤ ਸਾਰੀਆਂ ਇਹਨਾਂ ਚੀਜ਼ਾਂ ਉੱਤੇ ਸਾਨੂੰ ਸ਼ਰਮ ਵੀ ਆਉਂਦੀ ਹੈ ਕਿ ਕਿੱਥੇ ਮੀਡੀਆ ਦਾ ਜਿਹੜਾ ਫੋਕਸ ਸੀਗਾ, ਮੀਡੀਆ ਦਾ ਜਿਹੜਾ ਕੰਮ ਸੀਗਾ ਉਹ ਸੀਗਾ, ਚਾਹੇ ਸਰਕਾਰ ਹੋਏ, ਚਾਹੇ ਆਪੋਜੀਸ਼ਨ ਹੋਏ, ਚਾਹੇ ਕੋਈ ਵੀ ਤਬਕਾ ਹੋਏ, ਉਹਦੀ ਸੱਚਾਈ ਨੂੰ ਬਿਆਨ ਕਰਨਾ, ਇੰਨਾ ਦਮ ਰੱਖਣਾ ਕਿ ਉਹ ਸੱਚ ਬੋਲ ਸਕਣ। ਮਗਰ ਅੱਜ ਦੇ ਦਿਨ 'ਚ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਆ ਉਹ ਕੇਵਲ ਸਰਕਾਰ ਦੇ ਹੱਥਾਂ 'ਚ ਖੇਡ ਕੇ ਇਸ ਨੀਤੀ ਨੂੰ, ਇਸ ਬਿੱਲ ਨੂੰ ਸਹੀ ਪ੍ਰੂਵ ਕਰ ਰਿਹਾ। ਔਰ ਜੋ ਵੀ ਸਾਰੇ ਲੋਕ ਹੋਰ ਇੰਨੀਆਂ ਜਿਹੜੀਆਂ ਸਟਰਗਲ ਕਰ ਰਹੇ ਨੇ, 11 ਜਿਹੜੇ ਉੱਥੇ ਕਿਸਾਨ ਵੀਰ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ, ਉਹਨਾਂ ਨੂੰ ਇੱਕ ਗਲਤ ਪ੍ਰੋਟੈਸਟ ਉਹਨੂੰ ਹਰ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਨਾਲ ਬਾਕੀ ਹਰ ਤਰ੍ਹਾਂ ਦਾ ਪ੍ਰੋਟੈਸਟ ਨਜ਼ਰ ਆਏ, ਮਗਰ ਉਹ ਕਿਸਾਨਾਂ ਦਾ ਪ੍ਰੋਟੈਸਟ ਨਜ਼ਰ ਨਾ ਆਏ। ਇੱਥੇ ਬੜਾ ਹੀ ਜ਼ਿਆਦਾ ਅਫਸੋਸ ਹੁੰਦਾ ਆ ਕਿ ਨਵਾਂ ਤੋਂ ਨਵਾਂ ਟੈਕਟਿਕਸ ਜਿਹੜਾ ਆ ਉਹ ਵਰਤਿਆ ਜਾਂਦਾ। ਕੱਲ੍ਹ ਦੇ ਦਿਨ 'ਚ ਸ਼ਨੀਵਾਰ ਨੂੰ ਇੱਕ ਨਵਾਂ ਹੋਰ ਟੈਕਟਿਕਸ ਜਿਹੜਾ ਆ ਉਹ ਵੀ ਸਰਕਾਰ ਨੇ ਸ਼ੁਰੂ ਕਰਤਾ ਕਿ ਐਸੀਆਂ ਜਿਹੜੀਆਂ 2 ਕਿਸਾਨ ਜਥੇਬੰਦੀਆਂ ਨੇ ਹਰਿਆਣੇ ਤੋਂ, ਉਹਨਾਂ ਨੇ ਕੱਲ੍ਹ ਜਿਹੜੀ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ, ਉਹਨਾਂ ਦਾ ਜਿਹੜਾ ਲੀਡਰ ਹੈ ਗੁਣੀ ਪ੍ਰਕਾਸ਼, ਉਹ ਜਾ ਕੇ ਨਰਿੰਦਰ ਤੋਮਰ ਜਿਹੜੇ ਇੰਡੀਆ ਦੇ ਐਗਰੀਕਲਚਰ ਮਿਨਿਸਟਰ ਨੇ, ਉਹਨਾਂ ਨੂੰ ਇੱਕ ਆਪਣੇ ਵੱਲੋਂ ਪੇਸ਼ ਕਰਦੇ ਨੇ ਰਾਈਟਿੰਗ ਦੇ ਵਿੱਚ ਕਿ ਅਸੀਂ ਜੀ ਇਸ ਬਿੱਲ ਦੇ ਸਪੋਰਟਿਵ ਹੈਗੇ ਆ। ਹੁਣ ਗੌਰਮੈਂਟ ਜਿਹੜੀ ਆ ਉਹ ਕਿਸਾਨਾਂ ਦੇ ਅਗੇਂਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਹੁਤ ਜ਼ਿਆਦਾ ਅਫਸੋਸ ਹੈ ਕਿ ਇੰਨੇ ਮਹੀਨਿਆਂ ਤੋਂ ਕਿਸਾਨ ਜਿਹੜੇ ਆ ਜੱਦੋ-ਜਹਿਦ ਕਰ ਰਹੇ ਆ, ਇੰਨੇ ਮਹੀਨਿਆਂ ਉਤੋਂ ਜਿਹੜੀ ਆ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਜਿਹੜੀ ਆ ਸਰਕਾਰ ਦੇ ਕੰਨਾਂ 'ਚ ਇਹ ਚੀਜ਼ ਪਾਉਣ ਨੂੰ ਕਿ ਇਹ ਨਜਾਇਜ਼ ਹੋ ਰਹੀ ਹੈ, ਇਹ ਧੱਕਾਸ਼ਾਹੀ ਹੈ, ਇਹਦੇ ਨਾਲ ਇੱਕ ਕਿਸਾਨ, ਗਰੀਬ ਕਿਸਾਨ ਜਿਹੜਾ ਉਹ ਖਤਮ ਹੋ ਜਾਏਗਾ। ਮਗਰ ਉਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਚਾਲਾਂ ਨੇ, ਇਹ ਸਰਕਾਰ ਇਹਦੇ ਤੋਂ ਬਾਜ ਨਹੀਂ ਆਉਂਦੀ
ਕਿ ਇਹ ਚਾਲਾਂ ਸਾਰੀਆਂ ਜਿਹੜੀਆਂ ਨੇ ਇੰਨੇ ਵੱਡੇ ਪ੍ਰੋਟੈਸਟ ਅੱਗੇ ਚੱਲਣਗੀਆਂ ਕਿ ਸਰਕਾਰੀ ਸਾਰੀ ਮਸ਼ੀਨਰੀ, ਸਾਰਾ ਮੀਡੀਆ ਜਿਹੜਾ ਆ ਉਹ ਅਗੇਂਸਟ ਹੋ ਰੱਖਿਆ ਇਹਨਾਂ ਕਿਸਾਨਾਂ ਦੇ, ਜਿਹੜਾ ਕਿ ਇੱਕ ਪਾਸੇ ਕਦੀ ਤਾਂ 1960 ਦੇ ਵਿੱਚ ਸਾਡੇ ਨਾਅਰੇ ਸੀਗੇ ਜੈ ਜਵਾਨ ਜੈ ਕਿਸਾਨ, ਔਰ ਸਾਨੂੰ ਇਹ ਵੀ ਪਤਾ ਹੈ ਕਿ ਇਹਨਾਂ ਚੋਂ 90% ਸ਼ਾਇਦ ਕਿਸਾਨ ਐਸੇ ਹੋਣਗੇ ਜਿਨ੍ਹਾਂ ਦੇ ਬੱਚੇ ਜਵਾਨ ਵੀ ਨੇ, ਤੇ ਜੈ ਜਵਾਨ ਔਰ ਜੈ ਕਿਸਾਨ ਦੋਨਾਂ ਨੂੰ ਹੀ ਤੰਗ ਕਰਕੇ ਕਿਵੇਂ ਇੱਕ ਇੰਡੀਆ ਦੇ ਵਿੱਚ ਜਿਹੜੀ ਆ ਇੱਕ ਡੈਮੋਕ੍ਰੈਟਿਕ ਸਰਕਾਰ ਜਿਹੜੀ ਆ ਉਹ ਕਿਵੇਂ ਇਹ ਸੋਚ ਸਕਦੀ ਹੈ ਕਿ ਤੁਸੀਂ ਇਸ ਹੱਦ ਤੱਕ ਧੱਕਾ ਕਰ ਸਕਦੇ ਹੋ ਕਿ ਤੁਹਾਨੂੰ ਕਿਸਾਨਾਂ ਦੀਆਂ ਉੱਥੇ ਜਾਨਾਂ ਜਾ ਰਹੀਆਂ ਨੇ, ਉਹ ਸਰਵਾਈਵ ਕਰ ਰਹੇ ਨੇ ਇਸ ਠੰਡ ਦੇ ਵਿੱਚ ਇੱਕ ਆਪਣੇ ਹੱਕ ਦੀ ਲੜਾਈ ਲੜਨ ਵਾਸਤੇ, ਤੇ ਤੁਸੀਂ ਮੀਡੀਆ ਮਿਲ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਆਪਣੇ ਇੱਕ ਹੱਕ ਮੰਗਣ ਤੋਂ ਵੀ ਜਿਹੜਾ ਆ ਵਾਂਝਾ ਕਰ ਰਹੇ ਹੋ। ਜਦ ਕਿ ਤੁਸੀਂ ਕਾਨੂੰਨ ਬਣਾਏ ਜਿਹਦੇ ਵਿੱਚ ਐਸਾ ਕਾਨੂੰਨ ਦੁਨੀਆ 'ਚ ਕਦੀ ਨਹੀਂ ਬਣਦੇ ਕਿ ਜਿਨ੍ਹਾਂ ਲਈ ਬਣਾਏ ਜਾ ਰਹੇ ਆ ਉਹਦੇ ਵਿੱਚ ਇਨਵੋਲਵ ਹੀ ਹੈ ਨਹੀਂ। ਇੱਥੇ ਹੀ ਸਵਾਲ ਖੜੇ ਹੁੰਦੇ ਨੇ ਕਿ ਅਸੀਂ CAA ਬਣਾਉਂਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਇਹਦੇ ਵਿੱਚ ਲੋਕਾਂ ਨੂੰ, ਮਿਨੋਰਿਟੀਜ਼ ਨੂੰ, ਮੁਸਲਮਾਨਾਂ ਦਾ ਕੀ ਫਾਇਦਾ ਹੋ ਰਿਹਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਅਸੀਂ GST ਲਾਗੂ ਕਰਦੇ ਆ, ਅਸੀਂ ਇਹ ਕਹਿੰਦੇ ਆ ਕਿ ਜਿਹੜਾ ਬਿਜ਼ਨਸਮੈਨ ਹੈ ਉਹਨੂੰ ਇਹਦਾ ਫਾਇਦਾ ਨਜ਼ਰ ਨਹੀਂ ਆ ਰਿਹਾ, ਇਹਦੇ ਵਿੱਚ GST ਲਾਉਣ ਦਾ ਫਾਇਦਾ ਕੀ ਹੈ। ਅਸੀਂ ਡੀਮੋਨੀਟਾਈਜੇਸ਼ਨ ਕਰਦੇ ਆ, ਅਸੀਂ ਇਹ ਕਹਿੰਦੇ ਆ ਕਿ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਨਜ਼ਰ ਨਹੀਂ ਆ ਰਿਹਾ ਕਿ ਡੀਮੋਨੀਟਾਈਜੇਸ਼ਨ ਦਾ ਕੀ ਫਾਇਦਾ ਆ। ਅਸੀਂ ਕੁਝ ਵੀ ਕਰ ਰਹੇ ਆ, ਅਸੀਂ ਉਸੇ ਦਬਕੇ ਨੂੰ ਇਹ ਕਹਿ ਦਿੰਦੇ ਆ ਕਿ ਕਿਸਾਨਾਂ ਨੂੰ ਉਹਨਾਂ ਦੇ ਰਿਫਾਰਮ ਜਿਹੜੇ ਆ ਜਿਨ੍ਹਾਂ ਵਾਸਤੇ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਏਡੇ ਵੱਡੇ ਅਨਪੜ੍ਹ ਨੇ ਕਿ ਜਿਹੜੇ ਇੱਕ ਆਪਣੇ ਭਲੇ ਦੀ ਚੀਜ਼ ਜਿਹੜੀ ਆ ਰਿਫਾਰਮ ਵਿੱਚੋਂ ਲੱਭ ਨਹੀਂ ਸਕਦੇ, ਜਦ ਕਿ ਉਹ ਤੁਹਾਡੀਆਂ ਇੰਨੀਆਂ ਵੱਡੀਆਂ ਸ਼ਤਰੰਜ ਦੀਆਂ ਚਾਲਾਂ ਮੀਡੀਆ ਖੇਡ ਰਿਹਾ, ਫੇਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਰਕਾਰਾਂ ਖੇਡ ਰਹੀਆਂ ਨੇ। ਬਹੁਤ ਸਾਰੇ ਐਸੇ ਅਨਸਰ ਜਿਹੜੇ ਆ ਉਹ ਇਸ ਚੀਜ਼ 'ਚ ਲੱਗੇ ਹੋਏ ਨੇ। ਪੂਰਾ ਪੈਸਾ, ਪੂਰਾ ਮੀਡੀਆ, ਪੂਰਾ ਸੋਸ਼ਲ ਮੀਡੀਆ, ਪੂਰੀ ਮੀਡੀਆ ਕੈਂਪੇਨ ਲੱਗੀ ਹੋਈ ਹੈ ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਕੁਝ ਐਸੇ ਉਸ ਟਾਈਮ ਦੇ ਜਿਹੜੇ ਵੀਡੀਓ ਕਲਿੱਪਸ ਨੇ ਜਿੱਥੇ ਕੁਝ ਬਜ਼ੁਰਗ ਸਿੱਖ CAA ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਨੇ, ਉਹ ਐਸਾ ਸੋਸ਼ਲ ਮੀਡੀਆ ਇਸ ਵੇਲੇ ਸ਼ੋਅ ਕਰ ਰਿਹਾ ਵੀਡੀਓਜ਼ ਕਿ ਇੱਥੇ ਜੀ ਲੋਕ ਜਿਹੜੇ ਆ ਉਹ ਐਂਟੀ ਨੈਸ਼ਨਲ ਗੱਲਾਂ ਕਰ ਰਹੇ ਨੇ। 2-4 ਲੋਕਾਂ ਦੇ ਪੋਸਟਰ ਵਿਖਾ ਕੇ ਐਸਾ ਚੀਜ਼ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਕਿ ਇਹ ਤਾਂ ਜੀ ਐਂਟੀ ਨੈਸ਼ਨਲ ਨੇ। ਜੇ ਥੋੜ੍ਹੇ ਜਿਹੇ ਮੁਸਲਮਾਨਾਂ ਨੂੰ ਉੱਤੇ ਫੋਕਸ ਕਰਕੇ ਉੱਥੇ ਜਿਹੜੇ ਵੀਰ ਭਰਾ ਆਏ ਨੇ, ਕੀ ਕਿਸਾਨ ਮੁਸਲਮਾਨ ਨਹੀਂ ਨੇ, ਕੀ ਕਿਸਾਨ ਹਿੰਦੂ ਨਹੀਂ ਨੇ, ਮਗਰ ਉਹਨਾਂ ਨੂੰ ਪ੍ਰੈਜ਼ੈਂਟ ਐਵੇਂ ਕੀਤਾ ਜਾ ਰਿਹਾ ਹੈ ਟੁਕੜਿਆਂ ਦੇ ਵਿੱਚ। ਐਸੀ ਸਟੋਰੀ ਬਣਾ ਕੇ ਦਿਖਾਈ ਜਾ ਰਹੀ ਹੈ ਕਿ ਵੇਖੋ ਜੀ ਇਹ ਐਂਟੀ ਇੱਕ ਪਰਟੀਕੂਲਰ ਕੌਮ ਹੈ, ਐਂਟੀ ਇੱਕ ਪਰਟੀਕੂਲਰ ਗਵਰਨਮੈਂਟ ਹੈ, ਐਂਟੀ ਇੰਡੀਆ ਹੈ। ਦੋਸਤੋ, ਇਸ ਵੇਲੇ ਕਿਸੇ ਵੀ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਨੇ ਸਾਡੇ ਕਿਸਾਨ ਲੀਡਰਾਂ ਨੇ ਉਹਨਾਂ ਨੂੰ ਫੇਲ ਕਰਤਾ, ਔਰ ਇਸੇ ਕਰਕੇ ਹੀ ਪਹਿਲੀ ਵਾਰ ਐਸੇ ਕਾਨੂੰਨ ਦੇ ਅਗੇਂਸਟ ਸਰਕਾਰ ਆਪ ਹੀ ਘਬਰਾਈ ਹੋਈ ਹੈ। ਇਸ ਵੇਲੇ ਸਰਕਾਰ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਿਹੜੀ ਚਾਲ ਖੇਡੀ ਜਾਏ, ਮੀਡੀਆ ਨੂੰ ਚੀਜ਼ ਨਹੀਂ ਸਮਝ ਆ ਰਹੀ ਕਿ ਕਿਹੜੀ ਚਾਲ ਖੇਡੀ ਜਾਏ ਜਿਹਦੇ ਨਾਲ ਇਹ ਪ੍ਰੋਟੈਸਟ ਜਿਹੜਾ ਆ ਇਹਨੂੰ ਫੇਲ ਕੀਤਾ ਜਾਏ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆਪ ਐਕਸੈਪਟ ਕਰ ਚੁੱਕੇ ਨੇ ਕਿ ਸਾਡੇ ਇਹਨਾਂ ਕਾਨੂੰਨਾਂ ਦੇ ਵਿੱਚ ਫਲॉज ਨੇ। ਇਹ ਉਹਨਾਂ ਦੇ ਆਪ ਦੇ ਬਿਆਨ ਨੇ। ਉਹਨਾਂ ਨੇ ਇਹ ਵੀ ਪਤਾ ਲੱਗ ਗਿਆ ਹੈ ਕਿ NDTV ਦੀਆਂ ਰਿਪੋਰਟਸ ਜਿਹੜੀਆਂ ਨੇ, MP ਦੀ ਉਦਾਹਰਨ ਦਿੱਤੀ ਗਈ ਸੀਗੀ ਕਿ ਵੇਖੋ ਜੀ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ, ਉੱਥੇ MSP ਨਹੀਂ ਹੈਗੀ ਹੈ, ਉੱਥੇ ਨਵੇਂ ਕਾਨੂੰਨਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਗਿਆ। ਅਗਰ NDTV ਦੀ ਰਿਪੋਰਟ ਹੈ ਜੋ ਇਹਨਾਂ ਦਾ ਆਪ ਦਾ TV ਹੈ ਕਿ ਉੱਥੇ ਕਪਾਹ ਦਾ ਕੀ ਹਾਲ ਹੋਇਆ। ਕਪਾਹ ਗਵਰਨਮੈਂਟ ਨੇ ਹੀ ਨਹੀਂ ਖਰੀਦੀ। ਕਿਉਂ? ਕਿਉਂਕਿ ਉੱਥੇ MSP ਨਹੀਂ ਹੈ। ਉੱਥੇ ਗਵਰਨਮੈਂਟ ਨੇ ਹੀ ਕਪਾਹ ਪ੍ਰੋਕਿਓਰ ਨਹੀਂ ਕੀਤੀ, ਔਰ ਜੋ ਲੋਕ ਕਪਾਹ ਲਾਉਂਦੇ ਨੇ ਉਹਨਾਂ ਦਾ ਹਾਲ ਪੁੱਛੋ। NDTV ਰਿਪੋਰਟ ਹੈ ਇਹ UP ਦੇ ਲੋਕਲ ਮੀਡੀਆ ਦੀ ਰਿਪੋਰਟ ਹੈ ਜਿੱਥੇ ਕਿ ਉਹਨਾਂ ਦੀ ਸਰਕਾਰ ਹੈ, BJP ਦੀ ਸਰਕਾਰ ਹੈ, ਯੋਗੀ ਦੀ ਸਰਕਾਰ ਹੈ, ਜਿੱਥੇ ਕਿ ਮੰਡੀਆਂ ਨਹੀਂ ਹੈ। ਲੋਕੀ ਕਿਸਾਨ ਆਪਣਾ ਪੈਡੀ, ਆਪਣਾ ਕਣਕ ਝੋਨਾ ਲੈ ਕੇ ਜਾਂਦੇ ਨੇ, ਉੱਥੇ ਕੋਈ ਖਰੀਦਣ ਵਾਲਾ ਨਹੀਂ ਮਿਲਦਾ, ਕੋਈ ਮੰਡੀ ਨਹੀਂ ਹੈ। ਔਰ ਬਹੁਤ ਸਾਰੀ ਲੋਕਲ ਰਿਪੋਰਟਸ ਨੇ ਜਿਹੜੀਆਂ ਮੀਡੀਆ 'ਚ ਆ ਚੁੱਕੀਆਂ ਨੇ ਕਿ ਬਹੁਤ ਜਿਹੜੇ ਲੋਕ ਵੱਡੇ ਪੈਸੇ ਵਾਲੇ ਉਹਨਾਂ ਨੇ ਟਰੱਕ ਜਿਹੜੇ ਆ ਰਾਹ ਦੇ ਵਿੱਚੋਂ ਰੋਕ ਕੇ ਉਹਨਾਂ ਨੂੰ ਸਸਤੇ ਭਾਅ ਉਹਨਾਂ ਦਾ ਜਿਹੜਾ ਉਹਨਾਂ ਦੀ ਫਸਲ ਹੈ ਉਹਨੂੰ ਖਰੀਦਿਆ
ਗੂਗਲ ਕਰੋ, ਗੂਗਲ ਦੀ ਰਿਪੋਰਟਸ ਹੈ, ਗੂਗਲ ਦੇ ਉੱਤੇ ਫਿਗਰਸ ਨੇ ਕਿ ਕਿੰਨੇ ਟਰੱਕ ਜਿਹੜੇ ਆ ਉਹ ਯੂਪੀ ਤੋਂ ਪੰਜਾਬ ਦੇ ਵਿੱਚ ਇਲੀਗਲੀ ਆ ਕੇ ਆਪਣਾ ਜਿਹੜਾ ਆ, ਕਿਉਂਕਿ ਇੱਥੇ MSP ਆ, ਆਪਣਾ ਫਸਲ ਜਿਹੜੀ ਆ ਉਹ ਵੇਚ ਕੇ ਗਏ ਨੇ। ਔਰ ਕਿੰਨੇ ਬਾਰਡਰ ਦੇ ਉੱਤੇ ਰੋਕੇ ਗਏ ਨੇ। ਕਿਉਂ? ਕਿਉਂਕਿ ਉਹ ਯੂਪੀ ਤੋਂ ਆ ਰਹੇ ਨੇ। ਇੱਥੇ ਕਿਉਂ ਆ ਰਹੇ ਨੇ? ਕੀ ਸਰਕਾਰ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਉਹਨਾਂ ਦਾ ਇਹ ਕਾਨੂੰਨ ਆਲਰੇਡੀ ਫੇਲ ਹੋ ਚੁੱਕਿਆ ਹੈ? ਫੇਲ ਹੋਣਾ ਨਹੀਂ ਹੈ, ਲੋਕਾਂ ਨੂੰ ਉਹਦੇ ਵਿੱਚ ਚੰਗਾਈ ਨਹੀਂ ਦਿਖ ਰਹੀ, ਆਲਰੇਡੀ ਫੇਲ ਹੋ ਚੁੱਕਿਆ ਹੈ ਸਿਸਟਮ। ਇਹ ਫੇਲ ਹੋ ਚੁੱਕਿਆ ਸਾਰੀਆਂ ਗਵਰਨਮੈਂਟ ਦੇ ਵਿੱਚ। MP 'ਚ ਫੇਲ ਹੋ ਚੁੱਕਿਆ, UP ਦੇ ਵਿੱਚ ਫੇਲ ਹੋ ਚੁੱਕਿਆ, ਬਿਹਾਰ ਦੇ ਵਿੱਚ। ਬਿਹਾਰ ਦੀ ਉਦਾਹਰਨ ਇਹ ਮੀਡੀਆ ਦੇ ਰਿਹਾ। ਬਿਹਾਰ ਦੀ ਉਦਾਹਰਨ ਦਿੱਤੀ ਜਾ ਰਹੀ ਨੇ ਕਿ ਉੱਥੇ MSP ਉੱਥੇ ਨਿਤੀਸ਼ ਕੁਮਾਰ ਜੀ ਲਾਗੂ ਕਰਨਾ ਚਾਹੁੰਦੇ ਨੇ, ਪਰ ਨਿਤੀਸ਼ ਕੁਮਾਰ ਜੀ ਨੂੰ ਇਹ ਨਹੀਂ ਸਵਾਲ ਕੋਈ ਪੁੱਛਦਾ ਕਿ ਜੇ ਬਿਹਾਰ ਦਾ ਕਿਸਾਨ ਇਸੇ ਕਰਕੇ ਤੇ ਪੰਜਾਬ ਦੇ ਵਿੱਚ ਆ ਕੇ, ਹਰਿਆਣੇ ਦੇ ਵਿੱਚ ਆ ਕੇ ਦਿਹਾੜੀ ਕਰ ਰਿਹਾ ਹੈ, ਬਿਹਾਰ ਦਾ ਕਿਸਾਨ ਇਸੇ ਕਰਕੇ ਭੁੱਖਾ ਮਰ ਰਿਹਾ ਹੈ, ਬਿਹਾਰ ਦਾ ਕਿਸਾਨ ਇਸੇ ਕਰਕੇ ਹੀ ਗਰੀਬੀ ਰੇਖਾ ਦੇ ਨੀਚੇ ਥੱਲੇ ਜੀ ਰਿਹਾ ਹੈ। ਕਿਉਂ? ਕਿਉਂਕਿ ਉਹਦੀ ਫਸਲ ਜਿਹੜੀ ਆ ਉਹਨੂੰ ਸਹੀ ਰੇਟ ਨਹੀਂ ਮਿਲਦਾ। ਤੇ ਕੀ ਇਹ ਮੀਡੀਆ ਔਰ ਇਹ ਕੀ ਸਰਕਾਰ ਇਹ ਚੀਜ਼ ਨਹੀਂ ਸਮਝਦੀ ਕਿ ਅੱਜ ਜੇ ਪੰਜਾਬ ਹਰਿਆਣਾ ਖੁਸ਼ਹਾਲ ਹੈ ਉਹ ਇਸ ਕਰਕੇ ਆ ਕਿਉਂਕਿ ਉੱਥੇ ਘੱਟੋ ਘੱਟ MSP ਦੇ ਲੈਵਲ ਦੇ ਉੱਤੇ ਚੀਜ਼ ਵਿਕਦੀ ਆ। ਉੱਥੇ ਮੰਡੀਆਂ ਨੇ, ਕਿਸਾਨ ਉੱਥੇ ਆਪਣਾ ਲੈ ਕੇ ਆਪਣੀ ਫਸਲ ਜਾਂਦਾ ਆ, ਉੱਥੇ ਕੋਈ ਖਰੀਦਣ ਵਾਲਾ ਬੈਠਾ ਆ। ਮੰਡੀ ਸਿਸਟਮ ਫੇਲ ਕਰਕੇ ਦੂਜੀਆਂ ਸਰਕਾਰਾਂ, ਚਾਹੇ ਉਹ MP ਹੈ, ਚਾਹੇ ਉਹ UP ਹੈ, ਚਾਹੇ ਬਿਹਾਰ ਹੈ, ਉੱਥੇ ਲੋਕ ਕਿਓਸ ਮਚਿਆ ਹੋਇਆ ਉੱਥੇ, ਕਿਉਂਕਿ ਉੱਥੇ ਕੋਈ ਕਿਸੇ ਦੀ ਫਸਲ ਲੈਣ ਵਾਲਾ ਹੈ ਹੀ ਨਹੀਂ। ਇਹ ਸਿਸਟਮ ਤਾਂ ਆਲਰੇਡੀ ਫੇਲ ਹੋ ਚੁੱਕਿਆ ਹੈ। ਤੇ ਪਰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਸਰਕਾਰ, ਮੀਡੀਆ ਕਿਹੜੇ ਸਿਸਟਮ ਦੀ ਗੱਲ ਕਰ ਰਹੀ ਹੈ ਕਿ ਲੋਕਾਂ ਨੂੰ, ਕਿਸਾਨਾਂ ਲਈ ਰਿਫਾਰਮ ਲਿਆਂਦੇ ਨੇ। ਕਿਸਾਨ ਜਿਹੜੇ ਆ ਉਹਨਾਂ ਨੂੰ ਇਹਦੇ ਵਿੱਚ ਭਲਾ ਹੀ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਭਲਾ ਕਿਵੇਂ ਨਜ਼ਰ ਆਏਗਾ ਜਦੋਂ ਕਿ ਰਿਐਲਿਟੀ ਔਨ ਗਰਾਊਂਡ ਤਾਂ ਸਿਸਟਮ ਆਲਰੇਡੀ ਤੁਹਾਡਾ ਫੇਲ ਹੋ ਚੁੱਕਿਆ। ਤੁਸੀਂ ਕਿਸਾਨਾਂ ਨੂੰ ਅਮੈਂਡਮੈਂਟਸ ਦੇ ਰਹੇ ਹੋ। ਹੁਣ ਮੈਂ ਇੱਥੇ ਹੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵਾਰੀ ਸੋਸ਼ਲ ਮੀਡੀਆ ਉੱਤੇ ਲੋਕ ਕੁਐਸਚਨ ਕਰਦੇ ਨੇ ਕਿ ਜੀ ਸਰਕਾਰ ਨੇ 2 ਕਦਮ ਅੱਗੇ ਚੁੱਕੇ ਨੇ, ਹੁਣ ਕਿਸਾਨ ਜਿਹੜੇ ਆ ਉਹ ਆਪਣੀ ਅੜੀ ਕਰ ਰਹੇ ਨੇ। ਉਸ ਤੋਂ ਇਹ ਤੇ ਉਹ ਗੱਲ ਹੈ ਕਿ ਜੇ ਤੁਸੀਂ ਕਿ ਨਵੀਂ ਚੀਜ਼ ਲੈਣ ਜਾਓ ਔਰ ਤੁਹਾਨੂੰ ਉਹ ਅੱਧੇ ਬਹੁਤੀ ਖਰਾਬ ਚੀਜ਼ ਜਿਹੜੀ ਆ ਵੇਚ ਦਿੱਤੀ ਜਾਏ ਤਾਂ ਤੁਸੀਂ ਵਾਪਸ ਜਾ ਕੇ ਕਿਸੇ ਨੂੰ, ਦੁਕਾਨਦਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਮੇਰੀ ਚੀਜ਼ ਜਿਹੜੀ ਆ ਇਹ ਪੁਰਾਣੀ ਹੈ, ਇਹਦੇ ਵਿੱਚ ਪੁਰਜੇ ਗਲੇ ਹੋਏ ਨੇ, ਇਹਦੇ ਪੁਰਜੇ ਜਿਹੜੇ ਆ ਉਹ ਜੰਗਾਲੇ ਨੇ, ਇਹਨੂੰ ਨਵੀਂ ਦਿਓ ਮੈਨੂੰ। ਔਰ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਅਸੀਂ ਤੁਹਾਡੇ ਪੁਰਜੇ ਚੇਂਜ ਕਰ ਦਾਂਗੇ ਪਰ ਚੀਜ਼ ਨਹੀਂ ਤੁਹਾਨੂੰ ਨਵੀਂ ਦੇ ਸਕਦੇ, ਜਦ ਕਿ ਸਿਸਟਮ ਆਲਰੇਡੀ ਫੇਲ ਹੋ ਚੁੱਕਿਆ। ਤੁਸੀਂ ਅਮੈਂਡਮੈਂਟ ਦੇ ਰਹੇ ਹੋ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਅਗਰ ਇਸ਼ੂ ਹੈ ਕਿਸਾਨ ਨੂੰ ਤਾਂ ਕਿਸਾਨ ਨੂੰ ਅਸੀਂ ਪ੍ਰੋਵੀਜ਼ਨ ਦਿੰਦੇ ਹਾਂ ਕਿ ਉਹ ਕੋਰਟ ਵਿੱਚ ਜਾ ਸਕਦਾ। ਟਰੇਡਰ ਫੇਰ ਵੀ ਨਹੀਂ ਜਾਏਗਾ, ਟਰੇਡਰ SDM ਕੋ ਜਾਏਗਾ। ਤੇ ਇਹ ਕਿਹੜੇ ਮੂਰਖ ਨੂੰ ਇੰਡੀਆ ਦੇ ਵਿੱਚ ਨਹੀਂ ਪਤਾ ਕਿ ਜੇ SDM ਕੋ ਜਾਏਗਾ ਤੇ SDM ਨੂੰ ਜਿਹੜਾ ਚੜਾਵਾ ਦੇਏਗਾ SDM ਉਹਦੀ ਗੱਲ ਸੁਣੇਗਾ। ਇੱਕ ਗਰੀਬ ਕਿਸਾਨ ਜਿਹੜਾ ਆ ਉਹਦੇ ਕੋਲ ਪੈਸੇ, ਉਹਦੇ ਕੋਲ ਵਕੀਲ ਕਰਨ ਦੇ ਪੈਸੇ ਹੈ ਕਿ ਉਹ ਕੋਰਟ ਦੇ ਵਿੱਚ ਬਿਰਲਾ ਟਾਟਾ ਦੇ ਨਾਲ ਜਾਂ ਅੰਬਾਨੀ ਅੰਡਾਨੀ ਦੇ ਨਾਲ ਜਾ ਕੇ ਲੀਗਲ ਫਾਈਟ ਕਰੇਗਾ। ਸਰਕਾਰ ਸ਼ਾਇਦ ਇਹ ਸਮਝਣ 'ਚ ਜਿਹੜੀ ਆ ਉਹ ਗਲਤੀ ਖਾ ਰਹੀ ਹੈ ਕਿ ਕਿਸਾਨ ਇਨੋਸੈਂਟ ਹੈ, ਮਗਰ ਕਿਸਾਨ ਮੂਰਖ ਨਹੀਂ। ਕਿਸਾਨਾਂ ਦੇ ਬੱਚੇ ਲਾਇਰਸ ਨੇ, ਪੜ੍ਹੇ ਲਿਖੇ ਨੇ, ਔਰ ਬਹੁਤ ਸਾਰੇ ਤਾਂ NRIs ਨੇ ਜਿਨ੍ਹਾਂ ਦੇ ਨਵੇਂ ਸਿਸਟਮ, ਚੰਗੇ ਸਿਸਟਮ ਵੇਖ ਲਏ ਨੇ। ਉਹ ਸਮਝਦੇ ਨੇ ਕਿ ਇਹਦੇ ਪਿੱਛੇ ਚਾਲ ਕੀ ਹੈ, ਇਹਦੇ ਪਿੱਛੇ ਬੁਰਾਈ ਕੀ ਹੈ। ਤੁਹਾਡੇ ਆਪਣੇ ਹੋਮ ਮਿਨਿਸਟਰ ਸਾਹਿਬ ਜਿਹੜੇ ਆ ਐਕਸੈਪਟ ਕਰ ਚੁੱਕੇ ਨੇ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਫਲॉज ਨੇ, ਮਗਰ ਤੁਸੀਂ ਉਹਨਾਂ ਕਾਨੂੰਨਾਂ ਨੂੰ ਬਦਲ ਨਹੀਂ ਸਕਦੇ। ਉਹਨਾਂ ਨੂੰ ਤੁਸੀਂ ਅਮੈਂਡਮੈਂਟ ਦੇ ਰਹੇ ਹੋ ਕਿ ਕਿਸਾਨ ਨੂੰ ਅੱਗੇ ਅਸੀਂ ਇਹ ਕਿਹਾ ਸੀਗਾ ਕਿ ਜਿਹਦਾ ਕੰਟਰੈਕਟ ਫਾਰਮਿੰਗ ਵਿੱਚ ਇਸ਼ੂ ਨੇ ਤਾਂ ਤੁਸੀਂ SDM ਕੋ ਜਾ ਸਕਦੇ ਹੋ। ਹੁਣ ਅਸੀਂ ਇਹ ਐਡੀਸ਼ਨ ਅਮੈਂਡਮੈਂਟ ਇਹ ਕਰ ਦਿੱਤੀ ਹੈ ਕਿ ਕਿਸਾਨ ਜੇ ਚਾਹੇ ਤਾਂ ਉਹ ਲੀਗਲ ਕੋਰਟ ਵਿੱਚ ਜਾ ਸਕਦਾ। ਮਗਰ ਇਹਨਾਂ ਨੂੰ ਕੋਈ ਸ਼ਾਇਦ ਅਕਲ ਦੇਣ ਵਾਲਾ ਹੈ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸਾਨ ਕਿਹੜੇ ਦੀ ਗੱਲ ਕਰ ਰਹੇ ਨੇ। ਕੀ ਉਹ ਐਸੇ ਕਿਸਾਨ ਦੀ ਗੱਲ ਕਰ ਰਹੇ ਨੇ ਜਿਹਦੇ ਕੋਲ 1 ਲੱਖ ਕਿੱਲਾ ਹੈ, ਜਾਂ ਉਸ ਕਿਸਾਨ ਦੀ ਗੱਲ ਕਰ ਰਹੇ ਨੇ ਜਿਹਦੇ ਕੋਲ 4, 5, 7 ਕਿੱਲੇ ਨੇ, ਜਿਹੜੇ ਕਿ ਇੱਕ ਕਰਜ਼ੇ ਤੋਂ ਕਰਜ਼ਾ ਆਪਣੀ ਜ਼ਿੰਦਗੀ ਜੀ ਰਿਹਾ, ਆੜ੍ਹਤੀ ਕੋਲ ਪੈਸੇ ਲੈ ਕੇ ਅੱਗੇ ਜ਼ਿੰਦਗੀ ਚਲਾ ਰਿਹਾ। ਉਹ ਕੋਰਟ ਕਚਹਿਰੀਆਂ ਦੇ ਕੇਸ ਲੜੇਗਾ, ਅਡਾਨੀ ਦੇ ਅਗੇਂਸਟ, ਅੰਬਾਨੀ ਦੇ ਅਗੇਂਸਟ, ਜਾਂ ਸੁਖਬੀਰ ਬਾਦਲ ਦੇ ਅਗੇਂਸਟ, ਜਾਂ ਮਜੀਠੀਆ ਦੇ ਅਗੇਂਸਟ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ, ਕਿਹਦੇ ਅਗੇਂਸਟ ਕੇਸ ਲੜੇਗਾ ਉਹ? ਅਸੀਂ ਗੱਲ ਇਹ ਕਰ ਰਹੇ ਹਾਂ ਕਿ ਅਸੀਂ ਅਮੈਂਡਮੈਂਟ ਦੇ ਰਹੇ ਹਾਂ ਕਿ ਤੁਸੀਂ ਜੇ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਉੱਤੇ ਜਿਹੜਾ ਪੋਲੂਸ਼ਨ ਉੱਤੇ ਜਾਂ ਪਰਾਲੀ ਸਾੜਨ ਉੱਤੇ ਅਗਰ ਬਿੱਲ ਹੈ ਉਹਦੇ ਫਾਈਨ ਨਹੀਂ ਲਾਵਾਂਗੇ। ਤੁਸੀਂ ਇਹਨਾਂ ਨੂੰ ਸਕ੍ਰੈਪ ਕਿਉਂ ਨਹੀਂ ਕਰ ਦਿੰਦੇ?
ਤੁਸੀਂ ਬਿਜਲੀ ਦਾ ਬਿੱਲ 6 ਮਹੀਨੇ ਪਹਿਲਾਂ ਪਾਸ ਕੀਤਾ, 6 ਮਹੀਨੇ ਤੋਂ ਆਰਡੀਨੈਂਸ ਤੁਹਾਡਾ ਲਾਗੂ ਨਹੀਂ ਹੋ ਸਕਿਆ, ਔਰ ਕਾਨੂੰਨੀ ਤੌਰ ਦੇ ਉੱਤੇ ਉਹ ਆਰਡੀਨੈਂਸ ਜਿਹੜਾ 6 ਮਹੀਨੇ ਲਾਗੂ ਨਾ ਹੋਏ ਉਹ ਵੈਸੇ ਹੀ ਲਾਗੂ ਨਹੀਂ ਹੋ ਸਕਦਾ। ਸੋ ਤੁਸੀਂ ਕੀ ਖਾਸ ਕਿਸਾਨਾਂ ਨੂੰ ਐਸਾ ਚੰਦਾ ਦੇ ਰਹੇ ਹੋ ਜਾਂ ਐਸਾ ਕੋਈ ਵੈਲਫੇਅਰ ਦੇ ਰਹੇ ਹੋ ਇਹ ਕਹਿ ਕੇ ਕਿ ਅਸੀਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲਾਗੂ ਨਹੀਂ ਕੀਤਾ? ਤੁਸੀਂ ਕੀ ਐਸਾ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਅਮੈਂਡਮੈਂਟ ਵਾਸਤੇ ਦੇ ਰਹੇ ਹਾਂ, ਅਸੀਂ ਤੁਹਾਡੀ MSP ਜਿਹੜੀ ਆ ਉਹ ਲਿਖ ਕੇ ਨਹੀਂ ਦੇਵਾਂਗੇ? ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ MSP पहले थी, अभी भी रहेगी और आगे भी चलती रहेगी। देखो MSP ਦੀ ਦੋਸਤੋ ਹੁਣ ਲੜਾਈ ਰਹੀ ਨਹੀਂ। ਲੜਾਈ ਇਸ ਵੇਲੇ ਹੈ ਕਿ ਇਹ ਜਿਹੜੇ ਸਾਰੇ ਕਾਨੂੰਨ ਨੇ ਇਹ ਕਾਨੂੰਨਾਂ ਦੇ ਵਿੱਚ ਹੀ ਐਸੇ ਫਲॉज ਨੇ ਕਿ ਜਿਹੜੇ ਅਮੈਂਡ ਜੇ ਕਿਤੇ ਉਹ ਲਾਗੂ ਹੋ ਗਏ ਤੇ ਗਰੀਬ ਕਿਸਾਨ ਜਿਹੜਾ ਆ ਉਹ ਮਾਰਿਆ ਜਾਏਗਾ। ਬਹੁਤ ਸਾਰੇ ਲੋਕ ਬੜੇ ਵੱਡੇ ਆਪਣੇ ਬਿਆਨ ਦੇ ਰਹੇ ਨੇ, ਬੜੇ ਐਜੂਕੇਸ਼ਨ ਦੇ ਰਹੇ ਨੇ ਕਿ ਛੋਟੇ ਕਿਸਾਨਾਂ ਨੂੰ ਤਾਂ ਵੈਸੇ ਕੋਈ ਕਮਾਈ ਨਹੀਂ ਹੁੰਦੀ, ਇਹ ਰਿਫਾਰਮ ਕਿਉਂ ਨਹੀਂ ਵੇਖ ਸਕਦੇ? ਇਹ ਆਪਣਾ ਸ਼ਹਿਰ ਆਉਣ, ਖੇਤੀਬਾੜੀ ਛੱਡ ਕੇ ਉੱਥੇ ਦੁਕਾਨਾਂ ਕਰ ਲੈਣ। ਸ਼ਾਇਦ ਸਲਾਹਕਾਰ, ਸ਼ਾਇਦ ਗੌਰਮੈਂਟ ਜਿਹੜੀ ਆ ਉਹ ਕਿਸਾਨਾਂ ਦੇ ਇੱਕ ਕਿਸਾਨ ਦੀ ਇਮੋਸ਼ਨਸ ਜਿਹੜੀ ਆ ਉਹਨੂੰ ਸਮਝਣ 'ਚ ਫੇਲ ਹੋ ਗਈ ਹੈ ਕਿ ਕਿਸਾਨ ਵਾਸਤੇ ਇਹ ਆਪਸ਼ਨ ਕਦੀ ਨਹੀਂ ਰਹੀ ਕਿ ਉਹ ਪੈਲੀ ਵੇਚ ਕੇ ਤੇ ਸਿਟੀ ਸ਼ਹਿਰ ਦੇ ਵਿੱਚ ਜਾ ਕੇ ਇੱਕ ਦੁਕਾਨ ਪਾਲੇਗਾ। ਉਹਦੀ ਜ਼ਮੀਨ ਉਹਦੀ ਮਾਂ ਹੈ, ਉਹਦੀ ਜ਼ਮੀਨ ਉਹਦੀ ਇੱਜ਼ਤ ਹੈ, ਉਹਦੀ ਸੈਲਫ ਰਿਸਪੈਕਟ ਆ। ਸ਼ਾਇਦ ਇਸੇ ਕਰਕੇ ਹੀ ਇਹ ਬਿੱਲ ਜਿਹੜੇ ਆ ਇਹ ਰਿਫਾਰਮ ਜਿਹੜੀ ਆ ਜਿਨ੍ਹਾਂ ਲਈ ਬਣਾਏ ਜਾ ਰਹੇ ਨੇ ਉਹਨਾਂ ਨੂੰ ਇਹਦੇ ਵਿੱਚ ਆਪਣੀ ਇੱਕ ਡਰ ਨਜ਼ਰ ਆ ਰਿਹਾ। ਉਹਨਾਂ ਨੂੰ ਬੜਾ ਕਲੀਅਰਲੀ ਪਤਾ ਹੈ ਕਿ ਇਹ ਕਾਨੂੰਨ ਸਾਡੇ 'ਤੇ ਲਾਗੂ ਹੋ ਕੇ ਸਾਨੂੰ ਖਤਮ ਕਰ ਸਕਦੇ ਨੇ, ਮਗਰ ਇਹਦਾ ਆਈਡੀਆ ਸ਼ਾਇਦ ਨਾ ਤੇ ਮੀਡੀਆ ਨੂੰ ਲੱਗ ਰਿਹਾ ਔਰ ਨਾ ਹੀ ਜਿਹੜੀ ਆ ਸਰਕਾਰ ਨੂੰ ਲੱਗ ਰਿਹਾ। ਇਸੇ ਕਰਕੇ ਹੀ 17 ਦਿਨਾਂ ਬਾਅਦ ਵੀ ਸਰਕਾਰ ਵੀ ਉੱਥੇ ਦੀ ਉੱਥੇ ਅੜੀ ਹੈ। ਕਿਉਂ? ਉਹਦਾ ਦੋਸਤੋ ਬਹੁਤ ਵੱਡਾ ਕਾਰਨ ਹੈ। ਉਹਦਾ ਕਾਰਨ ਫਾਰਮਰਸ ਪ੍ਰੋਟੈਸਟ ਤੋਂ ਉੱਤੇ ਹੈ। ਉਹਦੀ ਵਜ੍ਹਾ ਇਹ ਹੈ ਕਿ ਹੁਣ ਤੱਕ ਜਿੰਨੇ ਵੀ ਕਾਨੂੰਨ ਪਾਸ ਕੀਤੇ ਹੈ ਮੈਜੋਰਿਟੀ ਕਰਕੇ ਧੱਕੇ ਨਾਲ ਲਾਗੂ ਕਰਤੇ ਗਏ ਆ। CA ਆਇਆ, ਇਸ ਪ੍ਰੋਟੈਸਟ ਨੂੰ ਸ਼ਹੀਨ ਬਾਗ ਨੰਬਰ 2 ਵੀ ਕਿਹਾ ਜਾ ਰਿਹਾ, ਮਗਰ ਮੈਂ ਉਹਨਾਂ ਸਾਰੇ ਵਿਦਵਾਨਾਂ ਨੂੰ ਇਹ ਪੁੱਛਣਾ ਚਾਹੁੰਦਾ, ਇੰਨੇ ਜਿਹੜੇ ਸਮਝਦਾਰ ਲੋਕ ਜਿਹੜਾ ਇਹ ਬਿਆਨ ਦਿੰਦੇ ਨੇ ਕਿ ਸ਼ਹੀਨ ਬਾਗ ਦੇ ਵਿੱਚ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ CA ਦਾ ਡਾਇਰੈਕਟ ਸਾਰਿਆਂ ਨੂੰ ਅਸਰ ਨਹੀਂ ਸੀਗਾ, ਮਗਰ ਇੱਥੇ ਐਸਾ ਪ੍ਰੋਟੈਸਟ ਹੈ ਕਿ ਉੱਥੇ ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹਨੂੰ ਇਹਦਾ ਡਾਇਰੈਕਟ ਇਸ ਪਾਲਿਸੀ ਦਾ ਅਸਰ ਨਹੀਂ ਹੋ ਰਿਹਾ। ਸੋ ਇਹ ਸ਼ਹੀਨ ਬਾਗ ਨੰਬਰ 2 ਨਹੀਂ ਹੈ। ਇਹ ਸਿਰਫ ਕਿਸਾਨ ਆਪਣੀ ਸੈਲਫ ਰਿਸਪੈਕਟ ਦਾ, ਆਪਣੀ ਖੇਤੀਬਾੜੀ ਦਾ, ਆਪਣੇ ਜੋ ਹੁਣ ਤੱਕ ਕਿਸਾਨੀ ਦੀ ਹਿਸਟਰੀ ਹੈ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਲੜਾਈ ਲੜ ਰਿਹਾ ਕਿ ਉਹਨੂੰ ਦੁਕਾਨਦਾਰ ਨਾ ਬਣਾਓ, ਕਿਉਂਕਿ ਕਿਸਾਨ ਪੈਲੀ ਦੇ ਵਿੱਚ ਆਪਣੀ ਗਰੀਬੀ ਦੇ ਵਿੱਚ ਖੁਸ਼ ਹੈ। ਉਹ ਸ਼ੋਰੂਮ ਦੇ ਵਿੱਚ ਜਾਂ ਇੱਕ ਦੁਕਾਨ ਪਾ ਕੇ ਉਹ ਖੁਸ਼ ਨਹੀਂ ਰਹੇਗਾ, ਕਿਉਂਕਿ ਉਹਦੀਆਂ ਇਮੋਸ਼ਨਸ ਨੇ, ਉਹਦੇ ਬਜ਼ੁਰਗਾਂ ਦਾ ਪਸੀਨਾ ਕਮਾਈ, ਉਹਨਾਂ ਦੀ ਸਾਰੀ ਇੱਜ਼ਤ ਜਿਹੜੀ ਹੈ ਉਹ ਉਸ ਜ਼ਮੀਨ ਨਾਲ ਜੁੜੀ ਹੋਈ ਹੈ। ਇੱਥੇ ਹੀ ਮੀਡੀਆ, ਇੱਥੇ ਹੀ ਸਰਕਾਰ ਫੇਲ ਹੋ ਰਹੀ ਹੈ ਕਿਉਂਕਿ ਉਹ ਕਿਸਾਨਾਂ ਦੇ ਸੈਂਟੀਮੈਂਟ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਰਹੀ। ਐਸਾ ਕਾਨੂੰਨ ਤੁਸੀਂ ਕਿਵੇਂ ਬਣਾ ਸਕਦੇ ਹੋ ਕਿ ਜਿਹਦੇ ਵਿੱਚ ਜਿਹੜੇ ਸਟੇਕ ਹੋਲਡਰ ਨੇ ਜਿਨ੍ਹਾਂ ਉੱਤੇ ਉਹ ਅਸਰ ਹੋਣਾ ਹੈ ਉਸ ਕਾਨੂੰਨ ਦਾ, ਉਹਨਾਂ ਦੇ ਤੁਸੀਂ ਨੁਮਾਇੰਦੇ ਜਿਹੜੇ ਆ ਉਸ ਪੈਨਲ ਦੇ ਵਿੱਚ ਬਿਠਾਉਂਦੇ ਹੀ ਨਹੀਂ। ਇਹ ਕਿਹੜੀ ਤਰ੍ਹਾਂ ਦੀ ਐਸਾ ਕਾਨੂੰਨ ਹੈ ਕਿ ਰਿਫਾਰਮ ਜਿਹੜੀ ਆ ਜਿਹਦੇ ਲਈ ਤੁਸੀਂ ਭਲਾ ਕਰ ਰਹੇ ਹੋ ਉਹ ਔਖਾ ਹੋ ਰਿਹਾ ਹੈ, ਉਹ ਉੱਥੇ ਸ਼ਹੀਦੀਆਂ ਦੇ ਰਿਹਾ ਹੈ, ਮਗਰ ਤੁਸੀਂ ਕੰਟੀਨਿਊਸਲੀ ਆਪਣਾ ਇੱਕ ਸਾਰਾ ਮੀਡੀਆ ਲਾ ਕੇ ਇਹੋ ਹੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਕਾਨੂੰਨ ਸਹੀ ਹੈ। ਇਹ ਸਾਰੇ ਦੇ ਸਾਰੇ ਮਿਲੀਅਨ ਤੇ ਮਿਲੀਅਨ ਲੋਕ ਜਿਹੜੇ ਆ ਇਹ ਅੰਨੇ ਨੇ, ਇਹ ਬੇਵਕੂਫ ਨੇ, ਇਹਨਾਂ ਨੂੰ ਇਹਦੇ 'ਚ ਭਲਾਈ ਨਜ਼ਰ ਨਹੀਂ ਆ ਰਹੀ। ਜਿਵੇਂ GST ਦੇ ਟਾਈਮ ਬਿਜ਼ਨਸਮੈਨ ਨੂੰ ਭਲਾਈ ਨਜ਼ਰ ਨਹੀਂ ਆ ਰਹੀ ਸੀ, ਡੀਮੋਨੇਟਾਈਜੇਸ਼ਨ ਦੇ ਟਾਈਮ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਨਜ਼ਰ ਨਹੀਂ ਆ ਰਿਹਾ ਸੀਗਾ, CA ਦੇ ਟਾਈਮ ਮਿਨੋਰਿਟੀਜ਼ ਨੂੰ, ਮੁਸਲਮਾਨਾਂ ਦਾ ਫਾਇਦਾ ਨਜ਼ਰ ਨਹੀਂ ਆ ਰਿਹਾ ਸੀਗਾ। ਇਸੇ ਤਰ੍ਹਾਂ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਬੇਵਕੂਫ ਕਿਸਾਨ ਜਿਹੜਾ ਆ ਉਹਨੂੰ ਆਪਣਾ ਹੀ ਫਾਇਦਾ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਉਹ ਆਪਣੀਆਂ ਜਾਨਾਂ ਦੇਣ ਨੂੰ ਤਿਆਰ ਹੋਏ ਨੇ, ਇਸ ਕਰਕੇ ਉਹ ਭੁੱਖੇ ਬੈਠੇ ਹੋਏ ਆ, ਇਸ ਕਰਕੇ ਉਹ ਬਾਹਰ ਘਰੋਂ ਬੈਠੇ ਆ, ਉਹ ਠੰਡ ਲਵਾ ਰਹੇ ਨੇ, ਆਪਣੀਆਂ ਟਰਾਲੀਆਂ ਥੱਲੇ ਸੌਂ ਰਹੇ ਨੇ। ਸਾਰੀ ਦੁਨੀਆ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਇਹਦੇ ਵਿੱਚ ਕਿੱਥੇ ਧੱਕਾਸ਼ਾਹੀ ਹੈ, ਮਗਰ ਸਿਰਫ ਇੱਕ ਨੈਗੇਟਿਵ ਮੀਡੀਆ ਨੂੰ ਜਾਂ ਇੱਕ ਸਰਕਾਰ ਨੂੰ ਹੀ ਕਿਉਂ ਨਹੀਂ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਜਿਹਦਾ ਤੁਸੀਂ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹੋ ਹੀ ਰੋ ਰਿਹਾ ਹੈ।
ਤੇ ਜੇ ਉਹ ਰੋ ਰਿਹਾ ਜਿਹਦਾ ਭਲਾ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹੀ ਰੋ ਰਿਹਾ, ਤੇ ਤੁਹਾਨੂੰ ਕੀ ਪ੍ਰੋਬਲਮ ਹੈ ਕਿ ਤੁਸੀਂ ਉਸ ਕਾਨੂੰਨ ਜਿਹੜੇ ਆ, ਐਡੀ ਕੀ ਮਜਬੂਰੀ ਹੈ ਤੁਹਾਡੀ ਕਿ ਤੁਸੀਂ ਲੋਕਾਂ ਨੂੰ ਰਵਾ ਕੇ ਉਹਨਾਂ ਨੂੰ ਤੰਗ ਕਰਕੇ ਉਹਨਾਂ ਦਾ ਭਲਾ ਕਰਨਾ? ਐਸਾ ਤੇ ਦੁਨੀਆ ਦੇ ਵਿੱਚ ਭਲੇ ਦੀ ਕੋਈ ਡੈਫੀਨੇਸ਼ਨ ਨਹੀਂ ਹੈ ਕਿ ਜਿਹਦਾ ਅਸੀਂ ਭਲਾ ਕਰ ਰਹੇ ਹਾਂ ਉਹ ਰੋ ਰਿਹਾ, ਮਗਰ ਫਿਰ ਵੀ ਅਸੀਂ ਧੱਕਾ ਕਰ ਰਹੇ ਹਾਂ ਕਿ ਅਸੀਂ ਤੁਹਾਡਾ ਭਲਾ ਕਰਕੇ ਹੀ ਛੱਡਣਾ। ਸੋ ਇੱਥੋਂ ਹੀ ਸਵਾਲ ਖੜੇ ਹੁੰਦੇ ਨੇ ਕਿ ਸ਼ਾਇਦ ਉਹ ਭਲੇ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਜੋ ਕਿਸਾਨਾਂ ਨੂੰ ਜਿਹੜੀ ਆ ਸਮਝ ਆ ਰਹੀ ਹੈ, ਜਿਹਦੇ ਪਿੱਛੇ ਕਿਸਾਨ ਜਿਹੜੇ ਨੇ ਲੜ ਰਹੇ ਨੇ। ਇੱਥੇ ਹੀ ਗੱਲ ਕਰਾਂਗੇ ਕਿ ਸਰਕਾਰ ਦੇ ਕੀ ਰਹੀ ਹੈ। ਸਰਕਾਰ ਅਮੈਂਡਮੈਂਟਸ ਭੇਜ ਰਹੀ ਹੈ। ਸਰਕਾਰ ਜਿਹੜੀ ਹੈ ਲਗਾਤਾਰ ਇੱਕ ਨਵਾਂ ਰਜੀਮ ਸੈੱਟ ਕਰਨਾ ਚਾਹੁੰਦੀ ਹੈ ਜਿਹਦੇ 'ਚ ਮੰਡੀਆਂ ਖਤਮ ਹੋ ਜਾਣ। ਸਰਕਾਰ ਅਮੈਂਡਮੈਂਟ ਕਰਨ ਨੂੰ ਤਿਆਰ ਹੈ ਕਿ ਸਟੇਟ ਗੌਰਮੈਂਟ ਜਿਹੜੀ ਆ ਉਹ ਜਿੰਨਾ ਮੰਡੀ ਦੇ ਟੈਕਸ ਲੱਗਦਾ 8.5% ਉਹ ਪ੍ਰਾਈਵੇਟ ਜਿਹੜੀ ਯਾਰਡ ਹੋਣਗੇ ਜਿੱਥੇ ਪ੍ਰਾਈਵੇਟ ਲੋਕ ਆ ਕੇ ਮੰਡੀਆਂ ਲਾਉਣਗੇ ਉਹਨਾਂ ਦੇ ਉੱਤੇ ਟੈਕਸ ਲਾ ਸਕੇਗਾ। ਸਵਾਲ ਇੱਥੇ ਫਿਰ ਇਹੀ ਖੜਾ ਹੁੰਦਾ ਹੈ ਕਿ ਜਿੰਨਾ ਸਟੇਟਸ ਦੇ ਵਿੱਚ MP ਦੇ ਵਿੱਚ UP ਦੇ ਵਿੱਚ ਇਹ ਲਾਗੂ ਹੋ ਚੁੱਕਿਆ ਹੈ, ਉੱਥੇ ਦਾ ਕਿਸਾਨ ਜਿਹੜਾ ਆ ਉਹ ਪੰਜਾਬ ਵੱਲ ਨੂੰ ਭੱਜ ਰਿਹਾ ਆਪਣੀ ਫਸਲ ਲੈ ਕੇ। ਉੱਥੇ ਤਾਂ ਗੌਰਮੈਂਟ ਜਿਹੜੀ ਆ ਕਪਾਹ ਲੈ ਕੇ MP ਦੇ ਵਿੱਚ ਨਹੀਂ ਲੈ ਰਹੀ, ਉਹਨੂੰ ਖਰੀਦ ਨਹੀਂ ਰਹੀ, ਉਹ ਸੜ ਰਹੀ ਹੈ। ਇਹ ਤੁਹਾਡੀਆਂ NDTV ਦੀਆਂ ਰਿਪੋਰਟਸ ਨੇ। ਮਗਰ ਫਿਰ ਵੀ ਅਸੀਂ ਇਹ ਕਹਿਣ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਰਿਫਾਰਮ ਜਿਹੜੇ ਨੇ ਇਹ ਆਲਰੇਡੀ ਸਕਸੈਸਫੁਲ ਹੋ ਚੁੱਕੇ ਨੇ। ਇਹ ਰਿਫਾਰਮ ਜਿਹੜੇ ਆ ਇਹ ਕਿਸਾਨ ਦੀ ਜ਼ਿੰਦਗੀ ਬਦਲ ਦੇਣਗੇ। ਇੱਥੇ ਹੀ ਮੈਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਵੇਲੇ ਸਾਡੀਆਂ ਜਿਹੜੀਆਂ ਕਿਸਾਨ ਯੂਨੀਅਨ ਉੱਥੇ ਜਿਹੜੇ ਲੀਡਰ ਨੇ ਉਹ MSP ਜਿਹੜੀ ਚਾਲੂ ਹੈ ਉਹਦੀ ਗੱਲ ਨਹੀਂ ਕਰ ਰਹੇ। ਇਸ ਵਹਿਮ 'ਚ ਸਾਨੂੰ ਸੁਣਨ ਵਾਲਿਆਂ ਨੂੰ ਜਾਂ ਸਾਨੂੰ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ ਕਿ ਗੱਲ ਇਸ ਵੇਲੇ MSP ਦੀ ਹੋ ਰਹੀ ਹੈ ਜੋ ਆਲਰੇਡੀ ਚੱਲ ਰਹੀ ਹੈ। ਇਹ ਉਹ MSP ਦੀ ਗੱਲ ਹੋ ਰਹੀ ਹੈ, ਕਿਸਾਨ ਯੂਨੀਅਨਸ ਉਹਦੀ ਗੱਲ ਕਰ ਰਹੀਆਂ ਨੇ ਜੋ ਸਵਾਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਲਿਖੀ ਸੀ। ਸੋ ਸਰਕਾਰ ਉੱਤੇ ਇਹ ਵੀ ਪ੍ਰੈਸ਼ਰ ਹੈ। ਕਿਸਾਨ ਯੂਨੀਅਨਸ ਅੱਜ ਵਾਲੀ MSP ਦੀ ਗੱਲ ਨਹੀਂ ਕਰ ਰਹੇ। ਸਰਕਾਰ ਨੂੰ ਸਵਾਲ ਇਹ ਪੁੱਛੇ ਜਾ ਰਹੇ ਨੇ ਕਿ ਜੇ 5 ਰੁਪਏ ਕਿਲੋ ਕਿੰਨੂੰ ਜਿਹੜਾ ਨਾਗਪੁਰ ਸੰਤਰਾ ਮਿਲਦਾ ਹੈ ਉਹ 140-200 ਰੁਪਏ ਦਿੱਲੀ ਕਿਵੇਂ ਹੋ ਜਾਂਦਾ? ਕੀ ਉਹ ਕਿਸਾਨ ਲੈ ਕੇ ਆਉਂਦਾ? ਕੀ ਉਹ ਕਿਸਾਨ ਨੂੰ ਉਹਦਾ ਐਡਵਾਂਟੇਜ ਹੋ ਰਿਹਾ? ਉਹਨੂੰ ਐਡਵਾਂਟੇਜ ਉਹਨਾਂ ਲੋਕਾਂ ਨੂੰ ਹੋ ਰਿਹਾ ਜਿਨ੍ਹਾਂ ਨੇ ਮਿਲੀਅਨਸ ਡਾਲਰ ਲਾ ਕੇ ਉੱਥੇ ਕੋਲਡ ਸਟੋਰੇਜ ਬਣਾਏ ਨੇ। ਉਹ ਆਲਰੇਡੀ ਇੰਨੇ ਸਾਲਾਂ ਦੇ ਐਕਸਪਲੋਇਟ ਕਰ ਰਹੇ ਨੇ ਉਸ ਕਿਸਾਨ ਨੂੰ। ਸਿਰਫ ਉਸ ਕਿਸਾਨ ਨੇ ਕਦੀ ਆਵਾਜ਼ ਨਹੀਂ ਚੁੱਕੀ ਕਿਉਂਕਿ ਅੱਜ ਐਸਾ ਕਿਸਾਨ ਇੱਕ ਸਾਹਮਣੇ ਆ ਗਿਆ ਜੋ ਅਣਖੀ ਹੈ। ਇੱਕ ਐਸਾ ਕਿਸਾਨ ਅੱਗੇ ਸਾਹਮਣੇ ਆ ਚੁੱਕਿਆ ਹੈ ਜਿਹਨੂੰ ਜੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਦਬਾਓ ਤੇ ਉਹ ਦੱਬਦਾ ਨਹੀਂ, ਉਹ ਰਿਵੋਲਟ ਕਰਦਾ। ਅਸੀਂ ਉਹ ਚੀਜ਼ ਜਿਹੜੀ ਆ ਉਹ ਭੁੱਲ ਜਾਂਦੇ ਆ ਕਿ ਜਦੋਂ ਵੀ ਕੋਈ ਵੀ ਚੀਜ਼ ਅਸੀਂ ਕਿਸੇ ਤੇ ਦਬਾਅ ਪਾਉਂਦੇ ਆ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਤਰ੍ਹਾਂ ਦੇ ਲੋਕਾਂ ਦਾ ਕਰੈਕਟਰਿਸਟਿਕਸ ਪੜ੍ਹੀਏ, ਉਹਨਾਂ ਦੀ ਸਾਈਕੋਲੋਜੀ ਪੜ੍ਹੀਏ। ਸ਼ਾਇਦ ਇੱਥੇ ਹੀ ਸਰਕਾਰ ਨੇ ਗਲਤੀ ਕੀਤੀ ਹੈ। ਔਰ ਅੱਜ ਜੇ ਇੱਕ ਪਰਟੀਕੂਲਰ ਕਿਸਾਨ ਜਿਹੜਾ ਆ ਉਹਨੇ ਆਵਾਜ਼ ਚੁੱਕੀ ਹੈ ਤੇ ਸਾਰੇ ਹੀ ਜਿਨ੍ਹਾਂ ਕਿਸਾਨਾਂ ਨੂੰ ਪੀੜ ਹੋ ਰਹੀ ਸੀ ਉਹ ਨਾਲ ਜੁੜ ਗਏ ਨੇ। ਜੇ ਇਹ ਰਿਫਾਰਮ ਜਿਹੜੇ ਆ ਮਹਾਰਾਸ਼ਟਰ 'ਚ ਕੰਮ ਕਰਦੇ ਹੁੰਦੇ ਤੇ ਮਹਾਰਾਸ਼ਟਰ ਦੇ ਇੰਨੇ ਕਿਸਾਨ ਜਿਹੜੇ ਆ ਉਹ ਸੁਸਾਈਡ ਨਹੀਂ ਕਰਦੇ। ਅੱਜ ਉਹੀ ਅਕਸ਼ੇ ਕੁਮਾਰ ਜਿਹੜਾ ਉਦੋਂ ਕਿਸਾਨਾਂ ਲਈ ਅੱਗੇ ਹੋ ਕੇ ਪੈਸੇ ਲਾਉਂਦਾ ਸੀਗਾ, ਅੱਜ ਉਹ ਮੂੰਹ ਬੰਦ ਕਰਕੇ ਕਿਉਂ ਬੈਠਾ ਹੈ? ਕਿਉਂਕਿ ਅੱਜ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਕਿਸਾਨ ਮਹਾਰਾਸ਼ਟਰ 'ਚ ਸੁਸਾਈਡ ਕਰ ਰਹੇ ਨੇ, ਆਂਧਰਾ ਪ੍ਰਦੇਸ਼ ਦੇ ਵਿੱਚ ਦੜਾ ਦੜ ਕਿਸਾਨ ਸੁਸਾਈਡ ਕਰਦੇ ਰਹੇ ਨੇ, MP 'ਚ ਕਰਦੇ ਰਹੇ ਨੇ, ਬਿਹਾਰ ਦਾ ਕਿਸਾਨ ਪੰਜਾਬ 'ਚ ਆ ਕੇ ਦਿਹਾੜੀਆਂ ਕਰਦਾ, ਲੇਬਰ ਕਰਦਾ। ਫਿਰ ਵੀ ਸਰਕਾਰ ਇਹ ਕਹਿਣ ਨੂੰ ਤਿਆਰ ਹੈ ਕਿ ਰਿਫਾਰਮ ਜਿਹੜੇ ਆ ਉਹਦਾ ਬਹੁਤ ਵਧੀਆ ਅਸਰ ਹੋ ਰਿਹਾ। ਪਿਛਲੇ ਇੰਨੇ ਸਾਲਾਂ 'ਚ ਕਿਸਾਨ ਨੂੰ ਬਹੁਤ ਆਮਦਨ ਵੱਧ ਗਈ ਹੈ, ਇਸ ਕਰਕੇ ਕਿਸਾਨ ਦੀ ਜ਼ਿੰਦਗੀ ਬੈਟਰ ਹੋ ਗਈ ਹੈ। ਸ਼ਾਇਦ ਜਾਂ ਤਾਂ ਮੀਡੀਆ ਜਿਹੜਾ ਆ ਉਹ ਚੀਜ਼ ਝੂਠ ਦੱਸਦਾ ਹੈ ਕਿ ਇੰਨੇ ਲੋਕਾਂ ਨੇ, ਇੰਨੇ ਕਿਸਾਨਾਂ ਨੇ ਸੁਸਾਈਡ ਕਰ ਲਏ ਨੇ, ਤੇ ਜਾਂ ਇਸ ਵੇਲੇ ਮੀਡੀਆ ਔਰ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਪਣੀ ਹੀ ਗਲਤੀ ਐਕਸੈਪਟ ਕਰਨ 'ਚ ਇੱਕ ਈਗੋ ਹੈ। ਅੱਜ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੇ ਅੱਗੇ ਧੱਕਾਸ਼ਾਹੀ ਕਰਕੇ ਕਾਨੂੰਨ ਪਾਸ ਕੀਤੇ ਨੇ ਤੇ ਸ਼ਾਇਦ ਹੁਣ ਧੱਕਾ ਜਿਹੜਾ ਆ ਉਹ ਡੱਕਿਆ ਗਿਆ। ਇਸ ਵੇਲੇ ਕਿਸਾਨਾਂ ਨੇ ਛਾਤੀਆਂ ਚੌੜੀਆਂ ਕਰਕੇ ਅੱਗੇ ਆਪਣੀ ਧੌਣ ਚੁੱਕ ਲਈ ਹੈ ਕਿ ਜਾਂ ਤਾਂ ਹੁਣ ਸਾਡੀ ਧੌਣ ਵੱਢੀ ਜਾਏਗੀ ਤੇ ਜਾਂ ਅਸੀਂ ਇਹ ਕਾਨੂੰਨ ਜਿਹੜੇ ਆ ਇਹਨੂੰ ਐਕਸੈਪਟ ਨਹੀਂ ਕਰਾਂਗੇ। ਇਸ ਵੇਲੇ ਪ੍ਰੋਬਲਮ ਉੱਥੇ ਹੈ ਕਿਉਂਕਿ ਨਾ ਤੇ ਉਹਨਾਂ ਉੱਤੇ ਕਿਸਾਨਾਂ ਦੇ ਉੱਤੇ ਕੋਈ ਚਾਰਜ ਲੱਗ ਸਕਦਾ, ਨਾ ਉਹਨਾਂ ਉੱਤੇ ਤੁਸੀਂ ਧੱਕਾ ਕਰ ਸਕਦੇ ਹੋ। ਕਿਉਂ? ਕਿਉਂਕਿ ਸਾਰਾ ਇੰਟਰਨੈਸ਼ਨਲ ਮੀਡੀਆ
ਇਸ ਚੀਜ਼ ਨੂੰ ਵਾਚ ਕਰ ਰਿਹਾ, ਕਿਉਂਕਿ ਬਾਈ ਲਾਅ ਜਿਹੜੇ ਲੋਕਾਂ ਦੇ ਉੱਤੇ ਤੁਸੀਂ ਕਾਨੂੰਨ ਬਣਾਏ ਆ, ਜਦੋਂ ਉਹਨਾਂ ਨੂੰ ਵਿੱਚ ਇਨਵੋਲਵ ਨਹੀਂ ਕੀਤਾ ਤੇ ਤੁਸੀਂ ਉਹਨਾਂ ਦੇ ਪ੍ਰੋਟੈਸਟ ਤੇ ਅਰੈਸਟ ਨਹੀਂ ਕਰ ਸਕਦੇ। ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਜਿਹੜੀ ਆ ਸਰਕਾਰ ਨੂੰ ਪਤਾ ਹੈ। ਇਸ ਕਰਕੇ ਸਰਕਾਰ ਜਿਹੜੀ ਆ ਉਹਨੂੰ ਕੋਈ ਚਾਰਾ ਨਹੀਂ ਸਮਝ ਆ ਰਿਹਾ, ਤੇ ਉਹਨਾਂ ਕੋਈ ਇੱਕ ਹੀ ਚਾਰਾ ਹੈ ਕਿ ਜਿੰਨਾ ਇਹਨੂੰ ਲੇਟ ਕੀਤਾ ਜਾਏ, ਕਿਸਾਨਾਂ ਨੂੰ ਕਿਸਾਨਾਂ ਦੇ ਅਗੇਂਸਟ ਪਿੱਚ ਕੀਤਾ ਜਾਏ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਹੋਰ ਰੰਗਤ ਦਿੱਤੀ ਜਾਏ, ਚਾਹੇ ਕਾਂਗਰਸ ਦੀ ਰੰਗਤ ਦਿੱਤੀ ਜਾਏ, ਚਾਹੇ ਇਹਨੂੰ ਫੈਡਰਲਿਜ਼ਮ ਜਿਹੜੀ ਆ ਉਹਦਾ ਨਜ਼ਰ ਦਿੱਤਾ ਜਾਏ, ਇਹਨੂੰ ਹਰ ਤਰ੍ਹਾਂ ਦੀ ਉਹ ਐਸੀ ਰੰਗਤ ਚੜਾ ਦਿੱਤੀ ਜਾਏ ਜਿਹਦੇ ਨਾਲ ਇਹ ਜੈਨੂਅਨ ਕਿਸਾਨਾਂ ਦਾ ਪ੍ਰੋਟੈਸਟ ਨਜ਼ਰ ਨਾ ਆਏ। ਇੱਥੋਂ ਤੱਕ ਵੀ ਸਰਕਾਰਾਂ, ਮੀਡੀਆ ਬਿਆਨ ਦੇ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਵੇਖੋ ਜੀ ਕਿਸਾਨ ਜਿਹੜਾ ਆ ਉਹ ਇੱਕ ਦਲਿਤ ਦੇ ਨਾਲ ਧੱਕਾ ਕਰਦਾ, ਉੱਥੇ ਫਿਊਡਲਿਜ਼ਮ ਜਿਹੜੀ ਆ ਉਹਦਾ ਵੀ ਪ੍ਰਚਾਰ ਕੀਤਾ ਜਾ ਰਿਹਾ। ਇਹ ਲੋਕ ਜਿਹੜੇ ਆ ਇਹ ਕੰਟਰੋਲ ਰੱਖਦੇ ਨੇ, ਸ਼ਾਇਦ ਉਹਨਾਂ ਨੂੰ ਸਟੈਟਿਸਟਿਕਸ ਪੜ੍ਹਨੇ ਨਹੀਂ ਆਉਂਦੇ। ਯੂਪੀ ਜਿਹਦੇ ਵਿੱਚ ਯੋਗੀ, ਜਿਹਦੇ ਵਿੱਚ ਬੀਜੇਪੀ ਸਰਕਾਰ ਹੈ, ਜਿਹਦੇ ਵਿੱਚ ਇਹ ਕਹਿ ਰਹੇ ਨੇ ਕਿ ਉੱਥੇ ਰਿਫਾਰਮ ਬੜੇ ਕਾਮਯਾਬ ਹੋ ਚੁੱਕੇ ਨੇ, ਮੰਡੀ ਸਿਸਟਮ ਖਤਮ ਹੋਣ ਕਰਕੇ ਉੱਥੇ ਬੜਾ ਫਾਇਦਾ ਹੋਇਆ, ਉੱਥੇ 44% ਜਿਹੜਾ ਦਲਿਤ ਹੈ ਪਿੰਡਾਂ ਦੇ ਵਿੱਚ ਉਹ ਬਿਲੋ ਪਾਵਰਟੀ ਲਾਈਨ ਹੈ। ਔਰ ਜਿਹੜੇ ਸਟੇਟ ਦੀ ਇਹ ਗੱਲ ਕਰ ਰਹੇ ਨੇ ਪੰਜਾਬ ਦੀ, ਉੱਥੇ 14% ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਦਲਿਤ ਜਿਹੜਾ ਆ ਉਹਦੀ ਹਾਲਤ ਬਿਲਕੁਲ 100% ਦਲਿਤ ਦੀ ਵਧੀਆ ਹੈ, ਮਗਰ 14% ਔਰ 44% ਨੂੰ ਤੁਸੀਂ ਅੱਜ ਕੰਪੇਅਰ ਨਹੀਂ ਕਰ ਸਕਦੇ। ਐਸਾ ਮੀਡੀਆ ਸਾਨੂੰ ਬਿਆਨ ਦੇ ਰਿਹਾ ਜਿਨ੍ਹੇ ਨਾ ਤੇ ਪੜ੍ਹਾਈ ਕੀਤੀ ਹੈ, ਨਾ ਹੀ ਉਹ ਸਟੈਟਿਸਟਿਕਸ ਨੂੰ ਵੇਖਦੇ ਨੇ, ਨਾ ਹੀ ਉਹ ਆਪਣੇ ਸਟੈਟਿਸਟਿਕਸ ਨੂੰ ਯੂਜ਼ ਕਰਦੇ ਨੇ, ਔਰ ਇਹ ਉਮੀਦ ਕਰਦੇ ਨੇ ਕਿਉਂਕਿ ਲੋਕੀ ਕਿਸੇ ਵੀ ਗੱਲਾਂ ਦੇ ਵਿੱਚ ਆ ਸਕਦੇ ਨੇ, ਪਾਲਾ ਪਾ ਕੇ ਨੈਗੇਟਿਵ ਤਰੀਕੇ ਦੇ ਨਾਲ ਆਪਣੇ ਵਿਊਜ਼ ਦੇ ਕੇ ਇਹਨੂੰ ਕੌਮ ਦੇ ਵਿੱਚ, ਇਹਨੂੰ ਰਿਲੀਜਨ ਦੇ ਬੇਸ ਤੇ, ਇਹਨੂੰ ਕਾਸਟ ਦੇ ਬੇਸ ਤੇ, ਇਹਨੂੰ ਕਾਂਗਰਸ ਦੇ ਬੇਸ ਤੇ, ਇਹਨੂੰ ਖਾਲਿਸਤਾਨ ਦੇ ਬੇਸ ਤੇ ਇਹਨੂੰ ਡੀਰੇਲ ਕਰਤਾ ਜਾਏ। ਸਾਡਾ ਸਵਾਲ ਸਿਰਫ ਇੰਨਾ ਹੀ ਹੈ ਕਿ ਤੁਸੀਂ ਪੜ੍ਹੇ ਲਿਖੇ ਜਰਨਲਿਸਟ ਹੋ, ਪੜ੍ਹੇ ਲਿਖੇ ਸਰਕਾਰ ਦੇ ਐਸੇ ਲੀਡਰ ਹੋ ਕਿ ਜਿਹੜੇ ਲੋਕ ਆਪਣਾ ਹੀ ਸਟੈਟਿਸਟਿਕਸ ਜਿਹੜਾ ਆ ਜੋ ਤੁਹਾਡੀਆਂ ਹੀ ਵੈਬਸਾਈਟ ਦੇ ਉੱਤੇ ਪਿਆ ਆ ਉਹਨੂੰ ਨਹੀਂ ਪੜ੍ਹ ਸਕਦੇ। 44% ਯੂਪੀ ਦਾ ਦਲਿਤ ਜਿਹੜਾ ਆ ਬਿਲੋ ਪਾਵਰਟੀ ਲਾਈਨ ਹੈ, 14% ਪੰਜਾਬ ਦਾ ਹੈ, ਔਰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਫਿਊਡਲਿਸਟ ਕਹਿ ਰਹੇ ਹੋ, ਔਰ ਯੂਪੀ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਉੱਥੇ ਸਾਡਾ ਰਿਫਾਰਮਸ ਜਿਹੜੇ ਆ ਕੰਮ ਕਰ ਰਹੇ ਨੇ। ਗੂਗਲ ਦੇ ਉੱਤੇ ਉਹਨਾਂ ਟਰੱਕਾਂ ਦੀ ਫਿਗਰਸ ਹੈ ਕਿ ਜਿੰਨੇ ਟਰੱਕ ਪੰਜਾਬ 'ਚ ਆਏ ਨੇ ਯੂਪੀ ਤੋਂ, ਕਿਉਂਕਿ ਤੁਸੀਂ ਮੰਡੀ ਸਿਸਟਮ ਉੱਥੇ ਬੰਦ ਕਰਤਾ, ਖਤਮ ਕਰਤਾ, ਔਰ ਫਿਰ ਵੀ ਯੂਪੀ ਦੇ ਵਿੱਚ ਤੁਸੀਂ ਰਿਫਾਰਮਸ ਜਿਹੜੇ ਆ ਉਹਨਾਂ ਨਾਲ ਸਕਸੈਸ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਬਹੁਤ ਵਾਰ ਹੈਰਾਨੀ ਹੁੰਦੀ ਹੈ। ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਕੁਝ ਕਾਲਸ ਅਸੀਂ ਲੈ ਰਹੇ ਹਾਂ। 0055 ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਸਵਾਗਤ ਹੈ ਜੀ। ਤੁਸੀਂ ਆਪਣਾ ਵਿਚਾਰ ਜਿਹੜੇ ਆ ਜ਼ਰੂਰ ਦਿਓ। ਕਰਨਲ ਸਾਹਿਬ, ਨਰਿੰਦਰ ਸੈਣੀ ਬੋਲ ਰਹੇ ਹਾਂ। ਹਾਂਜੀ ਸੈਣੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਬਹੁਤ ਗੱਲਾਂ ਤਾਂ ਬਹੁਤ ਕਹਿ ਹੀ ਦਿੱਤੀਆਂ, ਪਰ ਤੁਸੀਂ ਇਹ ਦੇਖੋ ਨਾ ਕਿ ਮੈਂ ਵੀ ਕਈ ਵਾਰੀ ਸੋਚਦਾ ਕਿ ਅਸੀਂ ਮੋਦੀ ਨੂੰ ਬੜਾ ਬੁਰਾ ਭਲਾ ਕਹੀ ਜਾਂਦੇ ਆ, ਪਰ ਮੈਂ ਕਹਿੰਦਾ ਕਿ ਉਹ ਤਾਂ ਸਾਡੇ ਵਾਸਤੇ ਇੱਕ ਬੜੀ ਤਕੜਾ ਜੇ ਉਹਨੇ ਇਹ ਨਾ ਕਰਦਾ ਤੇ ਸਾਰਾ ਇੰਡੀਆ ਇਕੱਠਾ ਨਾ ਹੁੰਦਾ। ਪੰਜਾਬ ਦੇ ਵਿੱਚੋਂ ਐਜੀਟੇਸ਼ਨ ਸਟਾਰਟ ਹੋਈ, ਔਰ ਉਹਨੇ ਜਿੱਦਾਂ ਪਹਿਲਾਂ ਹਿੰਦੂ ਮੁਸਲਮਾਨ ਵਾਲਾ ਚੱਕਰ ਪਾ ਕੇ ਸਾਰਾ ਕੁਝ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੁਛ ਨਹੀਂ ਹੋਇਆ। ਹਰਿਆਣਾ ਵੀ ਨਾਲ ਜੁੜ ਗਿਆ, ਯੂਪੀ ਵੀ ਨਾਲ ਜੁੜ ਗਿਆ, ਰਾਜਸਥਾਨ ਵੀ ਜੁੜ ਗਿਆ, ਸਾਰੀਆਂ ਸਟੇਟਾਂ ਨਾਲ ਜੁੜ ਗਈਆਂ। ਇਹ ਤਾਂ ਜਿੱਥੇ ਜਿੱਥੇ ਇਹਨਾਂ ਕੋਲ ਤਾਕਤ ਲੱਗਦੀ ਉੱਥੇ ਉੱਥੇ ਰੋਕ ਕੇ ਬੈਠੇ ਆ। ਔਰ ਮੀਡੀਆ ਤਾਂ ਤੁਸੀਂ ਮੈਂ ਹੁਣ ਜਿਹੜਾ ਨਹੀਂ ਚਾਹਦਾ ਉਹ ਕਿ ਜਿਹੜਾ ਵਿਕਿਆ ਹੋਇਆ ਮੀਡੀਆ ਹੁੰਦਾ ਉਹਦਾ ਤਾਂ ਕੋਈ ਦੀਨ ਧਰਮ ਹੁੰਦਾ ਹੀ ਨਹੀਂ ਹੈ ਨਾ, ਉਹ ਤਾਂ ਖਤਮ ਹੋ ਗਿਆ ਕੰਮ। ਰਾਈਟ, ਇਹ ਤਾਂ ਸੋਸ਼ਲ ਮੀਡੀਆ ਨੇ ਸਾਰਾ ਕੁਝ ਹਿਲਾ ਕੇ ਰੱਖਿਆ ਆ, ਨਹੀਂ ਤਾਂ ਇਹਦਾ ਤਾਂ ਬਸ ਚੱਲੇ ਇਹ ਵੀ ਖਤਮ ਕਰ ਦੇਣ। ਤੋ ਇਹ ਇੱਕ ਆਪਣੇ ਇੱਕ ਮਿੱਥੇ ਏਜੰਡੇ ਤੇ ਚੱਲ ਰਹੇ ਆ। ਹੋਰ ਇਹਨਾਂ ਦਾ ਕੋਈ ਲਾਅ ਬਣਾਉਣ ਨਹੀਂ, ਇਹਦਾ ਟੈਸਟ ਕਰਦੇ ਸੀ ਬਾਰ-ਬਾਰ, ਜਿਹੜੇ ਕਦੇ ਨੋਟਬੰਦੀ ਕਰਕੇ ਤੇ CRA, ਕਦੇ ਕੁਛ ਹੋਰ ਕਰਕੇ। ਇਲੈਕਸ਼ਨਾਂ ਵਿੱਚ ਤੁਸੀਂ ਦੇਖੋ ਵੀ ਮੋਦੀ ਸਾਹਿਬ ਹੈਦਰਾਬਾਦ ਵੀ ਮਿਊਨਿਸਪਲ ਇਲੈਕਸ਼ਨਾਂ 'ਚ ਵੀ ਜਾ ਕੇ ਪ੍ਰਚਾਰ ਕਰਕੇ ਆਏ। ਇਹ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਥੋੜ੍ਹੀ ਹੈ, ਇਹ ਤਾਂ RSS ਦਾ ਪ੍ਰਾਈਮ ਮਿਨਿਸਟਰ ਹੈ। ਸੋ ਪਰ ਇਹਨੂੰ ਬਹੁਤ ਮੂੰਹ ਦੀ ਖਾਣੀ ਪਏਗੀ। ਆਹ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਇਹ ਖਾਲੀ ਨੈਸ਼ਨਲ ਨਹੀਂ, ਹੁਣ ਤਾਂ ਇੰਟਰਨੈਸ਼ਨਲ ਐਜੂਕੇਸ਼ਨ ਬਣ ਗਈ। ਬਿਲਕੁਲ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਝ ਹੋਰ ਵੀ ਕਾਲਰਸ ਜੁੜੇ ਆ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕਾਲ ਕੀਤੀ ਆ।
ਔਰ ਤੁਹਾਡੇ ਵਿਚਾਰ ਜਿਹੜੇ ਆ ਬਿਲਕੁਲ ਉਹ ਜਾਇਜ਼ ਨੇ ਔਰ ਉਹਦੀ ਅਸੀਂ ਜਿੰਨਾ ਵੀ ਟਾਈਮ ਬਚਿਆ ਉਹਦੇ ਵਿੱਚ ਡਿਸਕਸ਼ਨ ਕਰਦੇ ਹਾਂ। ਸਾਡੇ ਨਾਲ ਹੁਣ 4126 ਤੁਸੀਂ ਔਨ 에ਅਰ ਹੋ ਜੀ। ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਮੈਂ ਐਕਚੁਅਲੀ ਕਿਸਾਨਾਂ ਦੀ ਹਮਾਇਤ ਕਰਨਾ ਜੀ। ਤੁਸੀਂ ਬਹੁਤ ਅੱਛੇ ਸ਼ਬਦ ਕਹੇ ਨੇ ਕਿ ਇਹ ਜਿਹੜਾ ਮੀਡੀਆ ਹੈਗਾ ਨਾ, ਮੈਂ 2-4 ਚੈਨਲ ਲਾ ਕੇ ਰੋਜ਼ ਵੇਖਦਾ। ਆ ਮੀਡੀਆ ਜਿਹੜਾ ਪੂਰੀ ਚੁੱਪ ਕੀਤਾ ਹੋਇਆ, ਇੰਨੀ ਵੱਡੀ ਤਹਿਰੀਕ ਨੂੰ ਇੱਕ ਜ਼ਰਾ ਵੀ ਉਹਨੂੰ ਨਹੀਂ ਦੇ ਰਿਹਾ, ਇੰਨਾ ਕੰਟਰੋਲ ਕੀਤਾ ਹੋਇਆ ਗੌਰਮੈਂਟ ਨੇ ਉਹਨੂੰ। ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਪਤਾ ਨਹੀਂ ਕੀ ਕੱਢਣਾ ਚਾਹ ਰਹੇ ਨੇ ਇਹਦੇ ਵਿੱਚੋਂ। ਤੇ 12 ਕਹਿੰਦੀ ਉਦੋਂ ਤੱਕ ਦੇ ਨਾਲ ਸਾਰੇ ਹੀ ਰਲੇ ਹੋਏ ਨੇ, ਅਸੀਂ ਵੀ ਰਲੇ ਹੋਏ ਆ, ਸਾਰੀ ਕੌਮ ਰਲੀ ਹੋਈ ਹੈ, ਪੂਰੀ ਦੁਨੀਆ ਰਲ ਰਹੀ ਜੀ। ਇਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਵਿਚਾਰ ਆਏ ਨੇ, ਤੁਸੀਂ ਰੇਡੀਓ ਜ਼ਿੰਦਾਬਾਦ ਤੇ ਕਾਲ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲ ਜਿਹੜੀ ਅਸੀਂ ਕਰ ਰਹੇ ਸੀਗੇ, ਜਿਵੇਂ ਸਾਡੇ ਕਾਲਰਸ ਵੀ ਕਹਿ ਰਹੇ ਨੇ, ਇਹ ਹਰੇਕ ਨੂੰ ਨਜ਼ਰ ਆ ਰਿਹਾ ਹੈ ਕਿ ਇਹ ਧੱਕਾ ਹੈ। ਸਾਡੀ ਵੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਸਾਨੂੰ ਸਾਰਿਆਂ ਨੂੰ ਕਿਸਾਨਾਂ ਤੋਂ ਬਹੁਤ ਸਮਝ ਲੈਣ ਦੀ ਲੋੜ ਹੈ। ਖਾਸ ਤੌਰ ਤੇ ਇੰਡੀਆ ਦੀ ਔਰ ਸਾਊਥ ਏਸ਼ੀਆ ਦੀ ਪੋਲਿਟਿਕਸ ਜਿਹੜੀ ਹੈ, ਪੋਲੀਟੀਕਲ ਲੋਕ ਜਿਹੜੇ ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਬਜਾਏ ਕਿ ਉਹ ਇਹ ਕਹਿਣ ਕਿ ਇਹ ਕਿਸਾਨ ਜਿਹੜੇ ਨੇ ਅਨਪੜ੍ਹ ਨੇ, ਇਹਨਾਂ ਨੂੰ ਬਿੱਲ ਨਹੀਂ ਪੜ੍ਹਨਾ ਆਉਂਦਾ, ਇਹਨਾਂ ਨੂੰ ਇਹਦੇ 'ਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ। ਮੇਰੀ ਦਰਖਾਸਤ ਇਹ ਹੈ ਕਿ ਸਾਰੇ ਹੀ ਪੋਲੀਟੀਸ਼ੀਅਨ ਜਿਹੜੇ ਨੇ ਉਹ ਕਿਸਾਨਾਂ ਤੋਂ ਟਿਊਸ਼ਨ ਰੱਖੋ, ਅਕਲ ਸਿੱਖੋ ਕਿ ਡੈਮੋਕ੍ਰੇਸੀ ਜਿਹੜੀ ਆ ਉਹਦੇ ਵਿੱਚ ਕਿਵੇਂ ਰਿਹਾ ਜਾਂਦਾ, ਕਿਵੇਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਤੁਸੀਂ ਬਿਆਨਬਾਜ਼ੀ, ਭੈੜੀ ਸ਼ਬਦਾਵਲੀ ਇਹਨੂੰ ਵਰਤੇ ਬਿਨਾਂ ਵੀ ਤੁਸੀਂ ਕਿਵੇਂ ਆਪਣੇ ਪੁਆਇੰਟ ਜਿਹੜੇ ਆ, ਕਿਵੇਂ ਤੁਸੀਂ ਵੱਡੀਆਂ ਵੱਡੀਆਂ ਸਰਕਾਰਾਂ ਦੇ ਗੋਡੇ ਲਵਾ ਸਕਦੇ ਹੋ ਜਿਵੇਂ ਉਹਨਾਂ ਨੇ ਲਵਾਏ ਹੋਏ ਆ। 17 ਦਿਨ ਤੋਂ ਇੰਨੀਆਂ ਮੀਡੀਆ ਦੀਆਂ ਚਾਲਾਂ, ਗੌਰਮੈਂਟ ਦੀਆਂ ਚਾਲਾਂ, ਹਰ ਚੀਜ਼ ਚੱਲ ਰਹੀ ਆ, ਮਗਰ ਉਹਨਾਂ ਨੇ ਨਾ ਤੇ ਆਪਣੀ ਪੇਸ਼ੈਂਸ ਗਵਾਈ। ਉਹ ਪ੍ਰੈਸ ਰਿਲੀਜ਼ ਕਰਦੇ ਨੇ, ਪ੍ਰੈਸ ਇੱਕ ਮੀਟਿੰਗ ਕਰਦੇ ਨੇ ਮੀਡੀਆ ਦੀ, ਉਹ ਵੀ ਹਿੰਦੀ ਯੂਜ਼ ਕਰਦੇ ਆ, ਹਿੰਦੀ ਦੇ ਵਿੱਚ ਕੀਤੀ ਜਾਂਦੀ ਆ ਕਿਉਂਕਿ ਨੈਸ਼ਨਲ ਲੈਂਗੁਏਜ ਹੈ, ਕਿਉਂਕਿ ਨੈਸ਼ਨਲ ਮੀਡੀਆ ਉੱਥੇ ਹੈ। ਉਹ ਕੋਈ ਲੋਕਲ ਭਾਸ਼ਾ ਨਹੀਂ ਯੂਜ਼ ਕਰ ਰਹੇ, ਕੋਈ ਐਸਾ ਸ਼ਬਦ ਨਹੀਂ ਯੂਜ਼ ਕਰ ਰਹੇ। ਈਵਨ ਜੇ ਯੋਗਰਾਜ ਨੇ ਗਲਤ ਬਿਆਨ ਕੀਤਾ ਸੀਗਾ, ਉਹਨੇ ਵੀ ਮਾਫੀ ਮੰਗਣੀ ਪਈ ਉਹਨੂੰ, ਕਿਉਂਕਿ ਉਹਦੇ ਉੱਤੇ ਵੀ ਕਿਸਾਨਾਂ ਦੇ ਪ੍ਰੈਸ਼ਰ ਸੀਗਾ, ਕਿਉਂਕਿ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਕਿਸੇ ਵੀ ਗਲਤ ਭਾਸ਼ਾ ਨੂੰ, ਕਿਸੇ ਵੀ ਐਂਟੀ ਨੈਸ਼ਨਲ ਵਰਡਿੰਗ ਨੂੰ, ਕਿਸੇ ਵੀ ਤਰ੍ਹਾਂ ਦਾ ਰਿਲੀਜਨ, ਕਿਸੇ ਵੀ ਤਰ੍ਹਾਂ ਦਾ ਐਸਾ ਪ੍ਰਚਾਰ ਨਹੀਂ ਹੋਣ ਦੇ ਰਹੇ। ਇਹਦੀ ਤੋਂ ਤੇ ਪੋਲੀਟੀਸ਼ੀਅਨਸ ਨੂੰ ਅਕਲ ਲੈਣੀ ਚਾਹੀਦੀ ਹੈ। ਇੰਡੀਆ ਦੇ ਖਾਸ ਤੌਰ ਤੇ ਜਿਹੜੇ ਕਿ ਰਾਜ ਸਭਾ ਦੇ ਵਿੱਚ ਜਦੋਂ ਲਾਈਵ ਟੈਲੀਕਾਸਟ ਹੋ ਰਿਹਾ ਹੁੰਦਾ, ਉੱਥੇ ਸਪੀਕਰ ਦਾ ਮਾਈਕ ਫੜ ਕੇ ਖੋਹ ਲੈਂਦੇ ਨੇ, ਇੱਕ ਦੂਜੇ ਨਾਲ ਘਸੁੰਨ ਮੁੱਕੀ ਹੁੰਦੇ ਨੇ। ਉੱਥੇ ਸਿਕਿਉਰਿਟੀ ਬੁਲਾ ਕੇ ਇਹਨਾਂ ਨੂੰ, ਅੱਜ ਜਿਹੜੇ ਲੀਡਰ ਬਣੇ ਹੋਏ ਨੇ, ਜਿਹੜੇ ਸਾਨੂੰ ਇਹਨਾਂ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਕਿਸਾਨ ਅਨਪੜ੍ਹ ਹੈ, ਇਹਨੂੰ ਆਪਣਾ ਭਲਾ ਬੁਰਾ ਨਹੀਂ ਨਜ਼ਰ ਆ ਰਿਹਾ, ਇਹਨੂੰ ਬਿੱਲ ਨਹੀਂ ਪੜ੍ਹਨਾ ਆ ਰਿਹਾ, ਉਹਨਾਂ ਨੇ ਤਾਂ ਤੁਹਾਨੂੰ ਅਕਲ ਸਿਖਾ ਦਿੱਤੀ ਹੈ। ਇੱਕ 70 ਸਾਲ, ਇੰਨੇ ਸਾਲ ਤੁਸੀਂ ਆਜ਼ਾਦੀ ਤੋਂ ਬਾਅਦ ਜਿਹੜੀ ਅਕਲ ਨਹੀਂ ਸਿੱਖੀ, ਉਹਨਾਂ ਨੇ ਐਸਾ ਪ੍ਰੋਟੈਸਟ ਕਰਕੇ ਤੁਹਾਨੂੰ ਲੀਡਰਾਂ ਨੂੰ, ਤੁਹਾਨੂੰ ਪੋਲੀਟੀਸ਼ੀਅਨਸ ਨੂੰ ਇੱਕ ਐਸਾ ਚਪੇੜ ਮਾਰੀ ਹੈ ਕਿ ਤੁਸੀਂ ਉਹਨਾਂ ਤੋਂ ਅਕਲ ਸਿੱਖੋ। ਤੁਸੀਂ ਉਹਨਾਂ ਤੋਂ ਸਿੱਖੋ ਕਿ ਸ਼ਾਂਤੀ ਨਾਲ ਕਿਵੇਂ ਕੰਮ ਕਰਨਾ, ਉਹਨਾਂ ਤੋਂ ਸਿੱਖੋ ਕਿ ਕਿਵੇਂ ਧਰਮ ਦਾ ਨਾਂ ਲਏ ਬਿਨਾਂ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ, ਲੈਂਗੁਏਜ ਦੇ ਨਾਂ ਦੇ ਉੱਤੇ, ਕਾਸਟ ਦੇ ਨਾਂ ਦੇ ਉੱਤੇ ਨਾਂ ਵੰਡ ਕੇ ਵੀ ਯੂਨਿਟੀ ਕੀਤੀ ਜਾ ਸਕਦੀ ਹੈ। ਅੱਜ ਸਾਰਾ ਇੰਡੀਆ, ਇੰਟਰਨੈਸ਼ਨਲ, ਸਾਰਾ NRI, ਸਾਰੀ ਵਰਲਡ, UN ਦੇ ਸਪੋਕਸਪਰਸਨ ਵੀ, ਕੈਨੇਡਾ ਦੀਆਂ 3 ਲੱਖ ਮੈਂਬਰਸ, ਯੂਨੀਅਨ ਜਿਹੜੀ ਆ ਪ੍ਰਾਈਵੇਟ ਯੂਨੀਅਨ, ਸਭ ਤੋਂ ਵੱਡੀ ਯੂਨੀਅਨ ਜਿਹੜੀ ਆ, 3 ਲੱਖ ਉਹਦਾ ਮੈਂਬਰ ਹੈ, ਉਹਨੇ ਵੀ ਉਹਨਾਂ ਕਿਸਾਨਾਂ ਦੀ ਸਪੋਰਟ ਕੀਤੀ ਹੈ, ਸਿਰਫ ਇਸ ਕਰਕੇ ਕਿ ਉਹ ਤੁਹਾਡੇ ਨਾਲੋਂ ਵੱਖਰੇ ਰਹੇ। ਤੁਹਾਡੇ ਵਰਗੇ ਕਰੈਕਟਰਿਸਟਿਕਸ ਉਹਨਾਂ ਨਹੀਂ ਸ਼ੋਅ ਕੀਤੇ ਆਪਣੀ ਪਰਸਨੈਲਿਟੀ 'ਚ, ਉਹਨਾਂ ਨੇ ਆਪਣੀ ਪਰਸਨੈਲਿਟੀ ਸ਼ੋਅ ਕੀਤੀ ਆ ਇਮਾਨਦਾਰੀ ਦੀ, ਪੀਸਫੁਲ ਔਰ ਚੰਗੀ ਸ਼ਬਦਾਵਲੀ ਦੀ। ਪੋਲੀਟੀਸ਼ੀਅਨਸ ਨੂੰ ਅਕਲ ਸਿੱਖਣੀ ਚਾਹੀਦੀ ਹੈ, ਪੋਲੀਟੀਸ਼ੀਅਨਸ ਨੂੰ ਇਹਨਾਂ ਤੋਂ ਸਮਝ ਲੈਣੀ ਚਾਹੀਦੀ ਹੈ। ਸਾਡੀ ਰੇਡੀਓ ਜ਼ਿੰਦਾਬਾਦ ਤੋਂ ਸਿਰਫ ਇੱਕ ਹੀ ਗੁਜ਼ਾਰਿਸ਼ ਹੈ ਸੁਣਨ ਵਾਲਿਆਂ ਲਈ ਵੀ ਕਿ ਸਾਨੂੰ ਨੈਗੇਟਿਵ ਕੋਈ ਵੀ ਐਸੇ ਪੋਸਟ ਨਹੀਂ ਪਾਉਣੇ ਚਾਹੀਦੇ, ਚਾਹੇ ਧਰਮ ਦੇ ਨਾਂ ਤੇ ਹੋਣ, ਚਾਹੇ ਉਹ ਕਾਸਟ ਦੇ ਨਾਂ ਤੇ ਹੋਣ, ਤਾਂ ਕਿ ਸਾਡੇ ਜਿਹੜੇ ਕਿਸਾਨ ਲੀਡਰ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਕੰਮ ਦੇ ਉੱਤੇ ਸਾਡੀ ਐਸੀ ਕੋਈ ਪੋਸਟ ਜਿਹੜੀ ਆ ਉਹ ਸਾਹਮਣੇ ਲਿਆ ਕੇ ਐਸਾ ਇੰਡੀਆ ਦਾ ਨੈਗੇਟਿਵ ਮੀਡੀਆ ਜਿਹੜਾ ਆ ਉਹਨੂੰ ਸ਼ੋਅ ਨਾ ਕਰੇ ਕਿ ਅਸੀਂ ਕਿਸੇ ਧਰਮ ਨਾਲ ਗੱਲ ਕਰ ਰਹੇ ਹਾਂ ਜਾਂ ਅਸੀਂ ਐਂਟੀ ਕਿਸੇ ਰਿਲੀਜਨ ਹੈ। ਸਾਨੂੰ ਸਾਰਿਆਂ ਨੂੰ ਹੀ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਔਰ ਸਰਕਾਰ ਕੋਲ ਇਸ ਵੇਲੇ ਸਿਰਫ ਇੱਕ ਹੀ ਸੋਲੂਸ਼ਨ ਹੈ ਕਿ ਜਿੰਨੇ ਵੀ ਕਾਨੂੰਨ ਆ ਉਹਨੂੰ ਵਾਪਸ ਲਏ, ਨਵਾਂ ਪੈਨਲ ਬਿਠਾਏ ਜੋ ਇਸ ਵੇਲੇ ਸਾਡੇ ਕਿਸਾਨਾਂ ਦਾ ਫਿਊਚਰ ਦੀ ਮੰਗ ਹੈ। ਉਹਦੇ ਵਿੱਚ ਜਿਹੜੇ ਸਟੇਕ ਹੋਲਡਰਸ ਨੇ, ਕਿਸਾਨਾਂ ਦੇ ਜਿਹੜੇ ਲੀਡਰਸ ਨੇ, ਉਹਨਾਂ ਨੂੰ ਸ਼ਾਮਿਲ ਕੀਤਾ ਜਾਏ।
ਬਿਜ਼ਨਸ ਵਾਲੇ ਸ਼ਾਮਲ ਕੀਤੇ ਜਾਣ, ਮੰਡੀਆਂ ਵਾਲੇ ਸ਼ਾਮਲ ਕੀਤੇ ਜਾਣ, ਜਿਨ੍ਹਾਂ ਨੂੰ ਵੀ ਇਹ ਸਾਰੇ ਕਾਨੂੰਨ ਜਿਹੜੇ ਲਾਗੂ ਹੋਣੇ ਨੇ ਉਹ ਸਟੇਕ ਹੋਲਡਰਸ ਉੱਤੇ ਹੋਣੇ ਚਾਹੀਦੇ ਨੇ। ਔਰ ਨਾਲ ਹੀ ਇੱਕ ਨਵਾਂ ਆਰਡੀਨੈਂਸ ਜਿਹੜਾ ਕਿ ਕਿਸਾਨ ਦੇ ਹੱਕ 'ਚ ਹੋਏ, ਉਹਦੇ ਭਲੇ ਲਈ ਹੋਏ, ਉਹਦੀ ਰਿਫਾਰਮ ਲਈ ਹੋਏ, ਉਹ ਨਵਾਂ ਕਾਨੂੰਨ ਪਾਸ ਕੀਤਾ ਜਾਏ। ਇਹਦੇ ਵਿੱਚ ਹੀ ਭਾਰਤੀ ਗਵਰਨਮੈਂਟ ਦੀ ਜਿੱਤ ਹੈ, ਇਹਦੇ ਵਿੱਚ ਹੀ ਕਿਸਾਨਾਂ ਦੀ ਜਿੱਤ ਹੈ, ਕਿਉਂਕਿ ਉਹਨਾਂ ਚਿਰ ਤੱਕ ਇਹ ਕਿਸਾਨਾਂ ਦੀ ਲੜਾਈ ਚੱਲਦੀ ਰਹੇਗੀ ਜਿੰਨਾ ਚਿਰ ਤੱਕ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ। ਕਿਸਾਨ ਰਿਫਾਰਮਸ ਚਾਹੁੰਦੇ ਨੇ, ਮਗਰ ਉਹ ਰਿਫਾਰਮਸ ਜਿਹਦੇ ਪਿੱਛੇ ਲੁਕਾਇਆ ਹੋਇਆ ਕੋਈ ਐਸਾ ਮੁੱਦਾ ਨਾ ਹੋਏ ਜਿਹਦੇ ਨਾਲ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਉਹਨਾਂ ਦੀ ਜ਼ਮੀਨ ਹੈ ਉਹਦੇ ਉੱਤੇ ਐਸਾ ਧੱਬਾ ਆਏ। ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਆਪਣੀ ਆਵਾਜ਼ ਉਠਾਉਂਦਾ ਰਹੇਗਾ। ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਰੱਬ ਰਾਖਾ। ਕਿਸਾਨ ਪ੍ਰੋਟੈਸਟ ਜਿਹੜਾ ਚੱਲ ਰਿਹਾ ਅਸੀਂ ਉਹਦੇ ਨਾਲ ਆ, ਔਰ ਰੱਬ ਕਰੇ ਕਿ ਉਹ ਕਾਮਯਾਬ ਹੋਣ ਔਰ ਸਰਕਾਰੀ ਮਹਿਕਮਾ ਜਿਹੜਾ ਆ ਉਹਨੂੰ ਸ਼ਾਇਦ ਸੁਮਤ ਆਏ। ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ। The views expressed on the preceding program may not necessarily be those of the owner or